ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਮ ਸਨਮਾਨ ਆਵਰ ਸਾਹਿਬ ਕਮਾਲ बारगाहे इनायत के मालक, कलयुगी जीवों के उद्धार करता, साहिब सहाबा जोत रूप हर आप, महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत, गुरुदेव जी की महान इनायत का सदका साडे सारियां दे सिर ते मेहरमतमई रखे हत्थ का सदका जीवन का अज का दिन भी प्राप्त होया और इस नवे दिन की जो नवे जन्म समान है शाम अजीज़ुल नवाज गनीमुल खराज पातशाह गुरु ग्रंथ साहिब जी दे चरण कमलों की खाक दे नाम करना नसीब होया। सतगुरु जी की अथा बख्शिश सदका सौदर चौंकी दे कीर्तन हर कीरत हमरी रहरास आरती अरदास ते फिर सदाए खास गुरुदेव जी दे हुक्मनामे आपने प्रेम सहित झोली च पवाए हैं। कुछ समा होर गुरुदेव पातशाह गुरु हरगोबिंद साहिब जी महाराज जी दियां अमृत जीवन कथड़ियां राहीं गुरु इतिहास विचार गुरु दीदार दी बरकत झोली च पावे, इसलिए एकाग्रता अदब ते आनंद दी दात प्राप्त हो सके। पेशतर छोटी जही ध्यान साधना है, दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदिया होया गुरु की अमृत फतेह द्वारा सांझ बनाइए। वाहिगुरु जी का खालसा वाहिगुरू जी की फतेह। कल तक श्रवण करदिया इतना प्रेम सहित आप जी ने श्रवण किया कि गुरु हरगोबिंद साहिब जी महाराज अपने महान सपुत्र साहिबजादे श्री गुरु तेग बहादुर साहिब महाराज जी का आनंद कारज करके बहुत प्रसन्न सन ते भाई लाल चंद जी द्वारा बहुत श्रद्धा सत्कार सहित सेवा की गई अते उन्हां दी सुपत्नी गुरु तेग बहादुर साहिब जी दे सस माता माता बिशन कौर जी भी बहुत प्रसन्न दिखाई पै रहे सन। उन्होंने जमीन ते कदम नहीं सी लग रहा, इतनी महान प्रसन्नता बनी हुई सी और बार बार धन धन मात गुजरी साहिबा भी ये बोल उन्होंने दे हिरदे च बरस रहे सन। राम राय सो दूलो पायो अस वड भाग हमारा। श्री गुरु तेग बहादुर साहिब महाराज जी का
ਧੰਨ ਧੰਨ ਮਾਤ ਗੁਜਰੀ ਸਾਹਿਬਾ ਜੀ ਦੇ ਨਾਲ ਸ੍ਰੀ ਕਰਤਾਰਪੁਰ ਦੀ ਸਰਜ਼ਮੀਨ ਤੇ ਪੂਰਨ ਗੁਰੂ ਮਰਿਆਦਾ ਅਨੁਸਾਰ ਆਨੰਦ ਕਾਰਜ ਹੋਇਆ। ਔਰ ਫਿਰ ਇਸ ਢੰਗ ਦੇ ਨਾਲ ਡੋਲਾ ਮੰਗਾਇਆ ਗਿਆ, ਉਸ ਵਿੱਚ ਧੰਨ ਧੰਨ ਮਾਤ ਗੁਜਰੀ ਜੀ ਨੂੰ ਪਾਇਆ ਗਿਆ, ਬਿਠਾਇਆ ਗਿਆ। ਜਦ ਡੋਲਾ ਲੈ ਕੇ ਚੱਲਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਭਾਈ ਲਾਲ ਚੰਦ ਜੀ ਦੇ ਨੇਤਰ ਮੋਟੇ ਮੋਟੇ ਹੰਝੂ ਬਰਸਾ ਰਹੇ ਸਨ। ਕੁਝ ਸਮਾਂ ਹੀ ਐਸਾ ਹੁੰਦਾ ਹੈ, ਦੋ ਸਮਿਆਂ ਦਾ ਸੁਮੇਲ ਹੁੰਦਾ ਹੈ, ਇਸ ਵਿੱਚ ਜੁਦਾਈ ਤੇ ਵਧਾਈ ਨਾਲ ਨਾਲ ਚੱਲਦੀ ਹੈ। ਕੰਠ ਤੋਂ ਗੀਤ ਆਲਾਪੇ ਜਾ ਰਹੇ ਹੁੰਦੇ ਨੇ ਤੇ ਵਿਛੋੜੇ ਕਰਕੇ, ਜੁਦਾਈ ਕਰਕੇ ਸੰਬੰਧੀਆਂ ਦੇ, ਮਾਤਾ ਪਿਤਾ ਦੇ, ਭੈਣਾਂ ਭਰਾਵਾਂ ਦੇ ਨੇਤਰਾਂ 'ਚੋਂ ਜਲ ਵੀ ਬਰਸ ਰਿਹਾ ਹੁੰਦਾ। ਭਾਵੇਂ ਉਹਨਾਂ ਨੇ ਸਾਰੇ ਕਾਰਜ ਆਪ ਕੀਤੇ ਹੁੰਦੇ ਨੇ, ਬਾਲੜੀ ਵਾਸਤੇ ਘਰ-ਬਾਰ ਆਪ ਦੇਖਿਆ ਹੁੰਦਾ ਹੈ, ਹਰ ਤਰ੍ਹਾਂ ਨਾਲ ਤਸੱਲੀ ਪ੍ਰਗਟਾਈ ਜਾਂਦੀ ਹੈ, ਫਿਰ ਰਿਸ਼ਤਾ ਅੰਜਾਮ ਦਿੱਤਾ ਜਾਂਦਾ ਹੈ, ਫਿਰ ਆਨੰਦ ਕਾਰਜ ਹੁੰਦਾ ਹੈ। ਪਰ ਫਿਰ ਉਹ ਸਮਾਂ ਆ ਜਾਂਦਾ ਹੈ ਜਿਸ ਨੂੰ ਵਧਾਈ ਤੇ ਜੁਦਾਈ ਦਾ ਸੁਮੇਲ ਕਹਿੰਦੇ ਨੇ। ਤੋਰਦਿਆਂ ਹੋਇਆਂ ਖੁਸ਼ੀ ਵੀ ਹੈ ਤੇ ਨਾਲ ਵਿਛੋੜੇ ਦੇ ਆਂਸੂ ਵੀ ਨੇ। ਇਸ ਤਰ੍ਹਾਂ ਦਾ ਸਮਾਂ ਬਣਿਆ ਹੋਇਆ ਸੀ ਤੇ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਸਜਦਾ ਕਰ ਰਹੇ ਸਨ ਭਾਈ ਲਾਲ ਚੰਦ ਜੀ ਸੁਪਿੱਖੀਆ, ਜੋ ਲਖਨੌਰ ਸਾਹਿਬ ਜੋ ਨਗਰ ਹੈ ਅੰਬਾਲਾ ਦੇ ਕੋਲ, ਉੱਥੋਂ ਮਾਈਗ੍ਰੇਟ ਹੋ ਕੇ ਸ੍ਰੀ ਕਰਤਾਰਪੁਰ ਸਾਹਿਬ ਨਿਵਾਸ ਕਰਨ ਲਈ ਆਏ ਹੋਏ ਸਨ। ਔਰ ਉੱਥੇ ਹੀ ਇਹ ਭਾਵਨਾ ਪ੍ਰਗਟ ਹੋਈ ਕਿ ਮੇਰੀ ਬੱਚੀ ਗੁਜਰੀ ਦਾ ਰਿਸ਼ਤਾ ਗੁਰੂ ਤੇਗ ਬਹਾਦਰ ਜੀ ਨਾਲ ਹੋ ਜਾਏ। ਸਤਿਗੁਰੂ ਜੀ ਨੇ ਇਸ ਵਿਚਾਰ ਨੂੰ ਫਲ ਲਾ ਦਿੱਤਾ, ਭਾਗ ਲਾ ਦਿੱਤੇ ਤੇ ਇਹ ਰਿਸ਼ਤਾ ਮੁਕੰਮਲ ਹੋਇਆ। ਚੱਲਣ ਲੱਗਿਆਂ ਹੱਥ ਜੋੜੇ ਤੇ ਸੇਜਲ ਨੇਤਰਾਂ ਨਾਲ ਆਖਣ ਲੱਗੇ, ਹੇ ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਇੱਕ ਤਨੁਜਾ ਮੈਂ ਹਿਤ ਸੇਵਾ ਅਰਪਣ ਕਰੀ ਗੁਰਦੇਵਾ। ਹੇ ਸੱਚੇ ਪਾਤਸ਼ਾਹ, ਹੇ ਤਮਾਮ ਦੈਵੀ ਸ਼ਕਤੀਆਂ ਦੇ ਸਿਰਮੌਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੁਰਦੇਵਾ ਦਾ ਮਤਲਬ ਹੈ ਜੋ ਤਮਾਮ ਦੈਵੀ ਸ਼ਕਤੀਆਂ ਵੀ ਜਿਨ੍ਹਾਂ ਨੂੰ ਗੁਰੂ ਕਰਕੇ ਨਮਸਕਾਰ ਕਰਦੀਆਂ, ਤਮਾਮ ਅਨੰਤ ਬ੍ਰਹਿਮੰਡਾਂ ਦੀਆਂ ਸ਼ਕਤੀਆਂ ਜਿਨ੍ਹਾਂ ਨੂੰ ਨਮਸਕਾਰ ਕਰਦੀਆਂ ਨੇ, ਉਹਨਾਂ ਨੂੰ ਦੇਵਾ ਦੇਵਤਿਆਂ ਦੇ ਮਹਾਦੇਵ ਗੁਰੂਦੇਵ ਗੁਰੂ ਤੇਗ ਬਹਾਦਰ ਆਖਿਆ ਜਾਂਦਾ। ਭਾਵ ਸਾਰਾ ਬ੍ਰਹਿਮੰਡ ਜਿਨ੍ਹਾਂ ਦੇ ਕਦਮਾਂ ਤੇ ਝੁਕਦਾ ਹੈ। ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਹੇ ਦੇਵੀ ਸ਼ਕਤੀਆਂ ਦੇ ਸਿਰਮੌਰ ਪੂਜਣਯੋਗ ਸਤਿਗੁਰੂ ਪਾਤਸ਼ਾਹ, ਮੇਰੇ ਕੋਲ ਹੋਰ ਕੁਛ ਨਹੀਂ ਹੈ ਤੇ ਮੈਂ ਆਪ ਦੀ ਸੇਵਾ ਵਾਸਤੇ ਆਪਣੀ ਕੰਨਿਆ ਭੇਟਾ ਕਰ ਦਿੱਤੀ। ਵਾਹ, ਮੇਰੇ ਕੋਲ ਹੋਰ ਕੁਝ ਨਹੀਂ ਹੈਗਾ, ਇੱਕ ਤਨੁਜਾ ਮੈਂ ਹਿਤ ਸੇਵਾ। ਮੈਂ ਹਿਤ ਕਰਕੇ, ਸਨੇਹ ਕਰਕੇ, ਪ੍ਰੇਮ ਕਰਕੇ ਗੁਰੂ ਪਾਤਸ਼ਾਹ ਜੀ ਦੇ ਘਰ ਵਿੱਚ ਕੰਨਿਆ ਭੇਟਾ ਕੀਤੀ ਹੈ ਤੇ ਇਹ ਇੱਕ ਮੇਰੀ ਕੰਨਿਆ ਹੈ ਜਿਹੜਾ ਸਾਰਾ ਹਿੱਤ ਆਪ ਜੀ ਦੀ ਸੇਵਾ ਵਿੱਚ ਜੁੜਿਆ ਹੋਇਆ, ਜੋ ਗੁਰੂ ਘਰ ਦੀ ਸੇਵਾ ਨੂੰ ਚੰਗੀ ਤਰ੍ਹਾਂ ਰੋਮ ਰੋਮ ਕਰਕੇ ਸਮਰਪਿਤ ਹੈ। ਇਸ ਨੂੰ ਜਦੋਂ ਵੀ ਦੇਖਿਆ ਹੈ ਆਪ ਜੀ ਦੇ ਘਰ ਆ ਕੇ ਬਰਤਨਾਂ ਦੀ ਸੇਵਾ, ਝਾੜੂ ਦੀ ਸੇਵਾ ਤੇ ਹੋਰ ਜੋ ਸੰਗਤ ਦੀ ਸੇਵਾ ਹੋਵੇ ਉਸ ਵਿੱਚ ਰਹਿੰਦੀ। ਇਹ ਮੇਰੀ ਬੱਚੀ ਹੈ। ਤਨੁਜਾ ਦਾ ਮਤਲਬ ਮੇਰੀ ਪੁੱਤਰੀ। ਮੈਂ ਹਿਤ ਸੇਵਾ, ਇਹ ਮੇਰੀ ਸੇਵਾਮਈ ਹੋਈ ਬੱਚੀ ਹੈ। ਦਿਨ ਰਾਤ ਇਹਦਾ ਹਿੱਤ ਸੇਵਾ ਨਾਲ ਬਣਿਆ ਰਹਿੰਦਾ। ਅਰਪਣ ਕੀਨ ਗੁਰਦੇਵਾ, ਇਸ ਨੇ ਆਪਣੀ ਸੇਵਾ ਗੁਰੂ ਘਰ ਵਿੱਚ ਅਰਪਣ ਕੀਤੀ ਹੋਈ ਹੈ
ਤੇ ਹੇ ਗੁਰੂਦੇਵ ਪਾਤਸ਼ਾਹ ਮੈਂ ਇਹ ਕੰਨਿਆ ਆਪ ਜੀ ਦੀ ਸੇਵਾ ਵਿੱਚ ਅਰਪਣ ਕਰ ਦਿੱਤੀ। ਮੇਰੇ ਕੋਲ ਹੋਣ ਦੇਣ ਜੋਗਾ ਕੁਛ ਨਹੀਂ। ਇਹ ਕਹਿੰਦਿਆਂ ਨਾਲੇ ਭਾਈ ਲਾਲ ਚੰਦ ਜੀ ਦੇ ਨੇਤਰਾਂ ਤੋਂ ਅਸ਼ਰੂ ਧਾਰਾ ਵਗ ਪਈ ਤੇ ਨਾਲ ਲੈ ਬਿਸ਼ਨ ਕੋਇਰ ਸੰਗ ਧਾਰਾ। ਆਪਣੀ ਸੁਪਤਨੀ ਬੇਬੇ ਮਾਤਾ ਗੁਜਰੀ ਸਾਹਿਬਾ ਜੀ ਦੀ ਸਤਿਕਾਰਯੋਗ ਮਾਂ ਮਾਤਾ ਬਿਸ਼ਨ ਕੌਰ ਜੀ ਹੋਏ ਦੀਨ ਸੋ ਬਾਕ ਉਚਾਰ। ਦੋਹਾਂ ਨੇ ਬੜੇ ਪ੍ਰੇਮ ਨਾਲ ਹੱਥ ਜੋੜੇ। ਦੋਹਾਂ ਦੇ ਨੇਤਰਾਂ ਵਿੱਚ ਜਲ ਸੀ ਤੇ ਦੋਹਾਂ ਨੇ ਬੜੀ ਅਧੀਨਗੀ ਸਹਿਤ ਬੜੀ ਨਿਮਰਤਾ ਸਹਿਤ ਮਹਾਰਾਜ ਨੂੰ ਇਹ ਬੋਲ ਆਖੇ। ਭਾਈ ਲਾਲ ਚੰਦ ਜੀ ਨੇ ਤਾਂ ਮਹਾਰਾਜ ਦੇ ਚਰਨ ਵੀ ਪਕੜ ਲਏ। ਸਾਹਿਬ ਸੱਚੇ ਪਾਤਸ਼ਾਹ ਗਲ ਨਾਲ ਲਾ ਕੇ ਆਖਣ ਲੱਗੇ, ਲਾਲ ਚੰਦ ਜੀ ਹੁਣ ਤਾਂ ਸਾਡਾ ਰਿਸ਼ਤਾ ਬਰਾਬਰ ਦਾ ਹੋ ਗਿਆ, ਅਸੀਂ ਇੱਕੋ ਜਿਹੇ ਹੋ ਗਏ, ਫਰਕ ਕੋਈ ਨਹੀਂ ਹੈ। ਭਾਵੇਂ ਤੁਹਾਡੀ ਪੁੱਤਰੀ ਭਾਵੇਂ ਮੇਰੀ ਪੁੱਤਰੀ ਤੇ ਮੇਰਾ ਪੁੱਤਰ ਸ੍ਰੀ ਤੇਗ ਬਹਾਦਰ ਹੁਣ ਤੁਹਾਡਾ ਪੁੱਤਰ ਹੋ ਗਿਆ। ਦੋਹਾਂ ਵਿੱਚ ਫਰਕ ਕੋਈ ਨਹੀਂ ਹੈ। ਇਹਨੂੰ ਭਾਵੇਂ ਪੁੱਤਰ ਸਮਝ ਲਓ ਭਾਵੇਂ ਦਮਾਦ ਸਮਝ ਲਓ, ਸਾਡੀ ਧੀ ਸਾਡੇ ਘਰ ਵਿੱਚ ਆ ਗਈ ਹੈ। ਇਹ ਕਿਉਂ ਕਹਿੰਦੇ ਹੋ ਦੇਣ ਜੋਗੇ ਕੁਝ ਨਹੀਂ? ਮਹਾਰਾਜ ਸੱਚੇ ਪਾਤਸ਼ਾਹ ਸੱਚੀ ਤਾਂ ਕਹਿੰਦੇ। ਮਹਾਰਾਜ ਕਹਿਣ ਲੱਗੇ, ਅਸੀਂ ਲਾਲ ਚੰਦ ਜੀ ਖਾਲੀ ਝੋਲੀ ਲੈ ਕੇ ਤੁਹਾਡੇ ਘਰ ਆਏ ਸੀ ਤੇ ਤੁਸੀਂ ਇਸ ਬ੍ਰਹਿਮੰਡ ਦਾ ਸਭ ਤੋਂ ਕੀਮਤੀ ਲਾਲ ਸਾਡੀ ਝੋਲੀ ਵਿੱਚ ਪਾ ਦਿੱਤਾ। ਤੁਸੀਂ ਤਾਂ ਦਾਤੇ ਹੋਏ, ਅਸੀਂ ਲੋੜਵੰਦ ਸੀ, ਤੁਹਾਡੇ ਘਰ ਆਏ। ਇਸ ਤਰ੍ਹਾਂ ਸਨਮਾਨ ਦੇ ਬਚਨ ਚੱਲ ਰਹੇ ਹਨ। ਹੋਏ ਦੀਨ ਸੋ ਬਾਕ ਉਚਾਰਾ। ਬੜੀ ਨਿਮਰਤਾ ਨਾਲ ਦੋਹਾਂ ਜੀਆਂ ਨੇ ਸ੍ਰੀ ਮਾਤ ਗੁਜਰੀ ਸਾਹਿਬ ਜੀ ਦੇ ਮਾਤਾ ਜੀ ਅਤੇ ਸਤਿਕਾਰਯੋਗ ਪਿਤਾ ਜੀ ਨੇ ਇਸ ਤਰ੍ਹਾਂ ਆਖਿਆ। ਅੱਗੋਂ ਸਰਵਣ ਕਰੀਏ ਪੇਸ਼ਤਰ। ਸਾਰੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ ਸਾਹਿਬ ਜੀ ਮਹਾਰਾਜ। ਸੁਨ ਸਤਿਗੁਰ ਭਏ ਕਿਰਪਾਲਾ। ਮਹਾਰਾਜ ਸੱਚੇ ਪਾਤਸ਼ਾਹ ਇਹ ਪ੍ਰੇਮ ਭਿੱਜੇ ਬੋਲ ਸੁਣ ਕੇ ਬਹੁਤ ਕਿਰਪਾ ਦੇ ਘਰ ਵਿੱਚ ਆਏ। ਬੜੀ ਮਿਹਰ ਦੀ ਨਜ਼ਰ ਨਾਲ ਦੇਖਿਆ। ਬਹੁਤ ਦਇਆ ਦਾ ਸਾਗਰ ਆਪ ਦਾ ਹਿਰਦਾ ਉਮੜਿਆ। ਤੁਮ ਦੀਨੋ ਸਕਲ ਵਿਸਾਲਾ। ਆਖਣ ਲੱਗੇ, ਹੈ ਲਾਲ ਚੰਦ ਜੀ ਤੁਸੀਂ ਤਾਂ ਵਿਸ਼ਾਲ ਦਾਨ ਸਾਨੂੰ ਦਿੱਤਾ ਹੈ। ਇਸ ਵਰਗਾ ਦਾਨ ਤਾਂ ਦੁਨੀਆ ਤੇ ਹੋਰ ਕੋਈ ਨਹੀਂ। ਜੋ ਦਾਨ ਤੁਸੀਂ ਸਾਨੂੰ ਦਿੱਤਾ ਹੈ, ਸੰਸਾਰ ਦਾ ਬ੍ਰਹਿਮੰਡ ਦਾ ਸਭ ਤੋਂ ਕੀਮਤੀ ਰਤਨ ਆਪਣੇ ਮੁਕਟ ਵਿੱਚੋਂ ਕੱਢ ਕੇ ਸਾਡੀ ਝੋਲੀ ਵਿੱਚ ਪਾ ਦਿੱਤਾ। ਇਹ ਵਿਸ਼ਾਲ ਦਾਨ ਤੁਸੀਂ ਕੀਤਾ ਹੈ। ਜਿਨ ਤਨੁ ਜਾ ਅਰਪਣ ਕੀਨ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤਾਂ ਕੁਝ ਵੀ ਨਹੀਂ ਦੇ ਸਕੇ। ਸਾਡੇ ਕੋਲੋਂ ਤਾਂ ਸਰਿਆ ਹੀ ਪੁੱਜਿਆ ਕੁਝ ਨਹੀਂ ਹੈ। ਤੇ ਮਹਾਰਾਜ ਕਹਿਣ ਲੱਗੇ, ਲਾਲ ਚੰਦ ਜੀ ਇਸ ਦੁਨੀਆ ਦਾ ਬਾਦਸ਼ਾਹ ਹੁੰਦਾ ਹੈ ਜਿਹੜਾ ਆਪਣੀ ਕੰਨਿਆ ਦਾਨ ਵਿੱਚ ਦੇ ਦਿੰਦਾ। ਜਿਸ ਬੰਦੇ ਨੇ ਆਪਣੀ ਕੰਨਿਆ ਹੀ ਅਰਪਣ ਕਰ ਦਿੱਤੀ, ਕਿਆ ਪਾਛੇ ਤਿਨ ਰਖ ਲੀਨ। ਫਿਰ ਜਿਹਨੇ ਆਪਣੀ ਬੱਚੀ ਦਾਨ ਦੇ ਦਿੱਤੀ ਉਹਨੇ ਪਿੱਛੇ ਕੀ ਰੱਖ ਲਿਆ? ਉਹਨੇ ਤਾਂ ਸਭ ਕੁਝ ਦੇ ਦਿੱਤਾ ਹੈ। ਵਾਕਈ ਸਾਧ ਸੰਗਤ ਇਹ ਬਹੁਤ ਵੱਡਾ ਹਿਰਦਾ ਸ਼ਹਿਨਸ਼ਾਹ ਵਰਗਾ ਹੋਵੇ ਤੇ ਮਨੁੱਖ ਆਪਣੀ ਕੰਨਿਆ ਭੇਟਾ ਕਰ ਦਿੰਦਾ। ਨਹੀਂ ਤਾਂ ਬੱਚੀ ਨੂੰ ਕੋਈ ਗਾਲ ਦੇ ਦੇਵੇ ਨਾ, ਬੱਚੀ ਦੀ ਕਿਸੇ ਨੂੰ, ਅਗਲਾ ਸਿਰ ਉਤਾਰਨ ਤੱਕ ਜਾਂਦਾ ਹੈ। ਤੇ ਮਹਾਰਾਜ ਕਹਿਣ ਲੱਗੇ ਤੁਸੀਂ ਕੰਨਿਆ ਹੀ ਅਰਪਣ ਕਰ ਦਿੱਤੀ ਹੈ ਤੇ ਪਿੱਛੇ ਕੀ ਰਹਿ ਗਿਆ? ਸਭ ਕੁਝ ਦੇ ਦਿੱਤਾ ਹੈ। ਸੁਨ ਲਾਲ ਚੰਦ ਪਦ ਬੰਦੇ। ਇਹ ਗੱਲ ਸੁਣ ਕੇ ਭਾਈ ਲਾਲ ਚੰਦ ਜੀ ਜਿਨ੍ਹਾਂ ਨੂੰ ਮਹਾਰਾਜ ਨੇ ਆਪਣੇ ਸਮਝੀ ਬਰਾਬਰ ਦਾ ਭਰਾ ਕਰਕੇ ਆਖਿਆ, ਉਸਨੇ ਮਹਾਰਾਜ ਜੀ ਦੇ ਦੋਵੇਂ ਚਰਨਾਂ ਤੇ ਬੰਦਨਾ ਕੀਤੀ, ਸਿਰ ਰੱਖਿਆ। ਇਹ ਗੱਲ ਠੀਕ ਹੈ ਸਾਧ ਸੰਗਤ। ਭਾਈ ਲਾਲ ਚੰਦ ਜੀ ਸਮਝਦੇ ਨੇ ਬਈ ਸਾਡਾ ਰਿਸ਼ਤਾ ਗੁਰੂ ਸਾਹਿਬ ਨੇ ਆਪਣੇ ਬਰਾਬਰ ਕਰ ਲਿਆ।
ਪਰ ਸਿੱਖ ਕਦੇ ਵੀ ਗੁਰੂ ਦੇ ਬਰਾਬਰ ਤੇ ਨਹੀਂ ਨਾ ਹੋ ਸਕਦਾ। ਗੁਰੂ ਦਾ ਜਿਹੜਾ ਚਰਨ ਕਮਲ ਹੈ ਨਾ, ਗੁਰੂ ਸਾਹਿਬ ਜੀ ਦੇ ਚਰਨ ਕਮਲ, ਸਿੱਖ ਦਾ ਸੀਸ ਗੁਰੂ ਦੇ ਚਰਨ ਕਮਲਾਂ ਤੇ ਟਿਕ ਕੇ ਹੀ ਸ਼ੋਭਾ ਪਾਉਂਦਾ ਹੈ, ਵਡਿਆਈ ਪਾਉਂਦਾ ਹੈ। ਭਾਵੇਂ ਗੁਰੂ ਕਿਤਨਾ ਹੀ ਵਡਿਆ ਦੇਵੇ, ਪਰ ਸਿੱਖ ਸਦਾ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਹੀ ਝੁਕਿਆ ਰਹਿੰਦਾ ਹੈ। ਇਸ ਲਈ ਭਾਵੇਂ ਇਸ ਭਾਵਨਾ ਨੂੰ ਸਮਰਪਿਤ ਹੁੰਦਿਆਂ ਹੋਇਆਂ ਬਈ ਸਿੱਖ ਸਦਾ ਹੀ ਝੁਕਿਆ ਰਹਿੰਦਾ ਹੈ, ਇੱਕ ਜੈਕਾਰਾ ਸਾਰੇ ਮਿਲ ਕੇ ਵੀ ਬੁਲਾ ਦਿਓ। ਕਿੱਥੇ ਭਾਈ ਲਾਲ ਚੰਦ ਜੀ ਨੇ ਮਹਾਰਾਜ ਜੀ ਦੇ ਸ੍ਰੀ ਚਰਨ ਕਮਲਾਂ ਤੇ ਬੰਦਨਾ ਕੀਤੀ, ਸਿਰ ਰੱਖ ਦਿੱਤਾ। ਪੁਨ ਡੋਰਾ ਲਿਆਏ ਬਿਲੰਦੇ, ਫਿਰ ਬੜਾ ਸੋਹਣਾ ਚਮਕਦਾ ਹੋਇਆ ਡੋਲਾ ਮੰਗਵਾਇਆ ਗਿਆ। ਤਹ ਗੁਜਰੀ ਸੁਤਾ ਬਿਠਾਈ, ਉਸ ਵਿੱਚ ਆਪਣੀ ਸੁਪੁੱਤਰੀ ਧੰਨ ਧੰਨ ਮਾਤ ਗੁਜਰੀ ਸਾਹਿਬਾ ਜੀ ਨੂੰ ਬਿਠਾ ਦਿੱਤਾ। ਪਤ ਸੇਵਨ ਸੀਖ ਸਿਖਾਈ, ਤੇ ਨਾਲੇ ਆਖਿਆ ਹੁਣ ਤੁਹਾਡਾ ਰਿਸ਼ਤਾ ਗੁਰੂ ਸਾਹਿਬ ਨਾਲ ਜੁੜ ਗਿਆ। ਭਾਵੇਂ ਤੁਸੀਂ ਸਾਡੀ ਪੁੱਤਰੀ ਹੋ, ਪਰ ਸਾਡਾ ਮਨ ਨਹੀਂ ਕਰਦਾ ਤੁਹਾਨੂੰ ਕੋਈ ਸਿੱਖਿਆ ਦੇਵੀ। ਹੁਣ ਤਾਂ ਸਿੱਖਿਆ ਅਸੀਂ ਤੁਹਾਡੇ ਕੋਲੋਂ ਲੈਣੀ, ਤੇ ਪਰ ਇਤਨਾ ਕਹਿ ਦਿੰਦੇ ਹਾਂ ਕਿ ਗੁਰੂ ਘਰ ਦੀ ਸੇਵਾ ਤੁਹਾਡੇ ਪਤੀ ਸ੍ਰੀ ਤੇਗ ਬਹਾਦਰ ਜੀ ਪਰਮਾਤਮਾ ਵਰਗੇ ਹਨ, ਇਹਨਾਂ ਦੀ ਸੇਵਾ ਪਰਮਾਤਮਾ ਸਮਝ ਕੇ ਕਰਨੀ। ਇਸ ਤਰ੍ਹਾਂ ਨਾਲ ਆਖਿਆ ਸਭ ਕਰੇ ਵਿਸਰਜਨ ਚਾਲੇ। ਇਸ ਤਰ੍ਹਾਂ ਫਿਰ ਸਤਿਗੁਰੂ ਪਾਤਸ਼ਾਹ ਜੀ ਨੂੰ ਡੋਲੇ ਵਿੱਚ ਮਾਤ ਗੁਜਰੀ ਜੀਆਂ ਨੂੰ ਪਾ ਕੇ ਕਹਾਰਾਂ ਨੇ ਡੋਲਾ ਚੁੱਕ ਲਿਆ, ਕਿਉਂਕਿ ਕਰਤਾਰਪੁਰ ਚੋਂ ਹੀ ਸਾਰੇ ਆਏ ਨੇ, ਬਰਾਤ ਵੀ ਉੱਥੋਂ ਹੀ ਆਈ, ਤੇ ਕੋਈ ਘੋੜੇ ਤੇ ਨਹੀਂ ਆਇਆ, ਸਾਰੇ ਪੈਦਲ ਪੈਦਲ ਨਾਲ ਚੱਲ ਰਹੇ ਨੇ। ਮੈਂ ਸੋਚਦਾ ਕਿਤਨੇ ਅਨੰਤ ਜਨਮਾਂ ਦੀ ਬੰਦਗੀ ਹੈ ਸ੍ਰੀ ਮਾਤ ਗੁਜਰੀ ਸਾਹਿਬਾ ਜੀ ਦੀ, ਜਿਨ੍ਹਾਂ ਨੂੰ ਵਿਆਹੁਣ ਵਾਸਤੇ ਵੀ ਗੁਰੂ ਹਰਗੋਬਿੰਦ ਸਾਹਿਬ ਪੈਦਲ ਆਏ ਤੇ ਡੋਲਾ ਲੈ ਕੇ ਵੀ ਪੈਦਲ ਨਾਲ ਜਾਂਦੇ। ਪਤਾ ਨਹੀਂ ਇਹ ਕਿਤਨਾ ਵੱਡਾ ਸਨਮਾਨ ਮਹਾਰਾਜ ਨੇ ਆਪਣੀ ਸਨੂਖਾ ਸ੍ਰੀ ਮਾਤ ਗੁਜਰੀ ਸਾਹਿਬਾਂ ਦਾ ਕੀਤਾ ਹੈ। ਇਹ ਤਾਂ ਕੋਈ ਜੁੜਿਆ ਹੋਇਆ ਹਿਰਦਾ ਹੀ ਇਸ ਕੌਤਕ ਨੂੰ ਸਮਝ ਸਕਦਾ ਹੈ। ਇਸ ਲਈ ਮਹਾਰਾਜ ਪੈਦਲ ਪੈਦਲ ਨਾਲ ਚੱਲਦੇ ਪਏ ਨੇ, ਕਿਉਂਕਿ ਉਹ ਭੂਤ ਭਵਿੱਖ ਵਰਤਮਾਨ ਦੇ ਗਿਆਤਾ ਨੇ। ਉਹਨਾਂ ਨੂੰ ਪਤਾ ਹੈ ਕਿ ਇਸ ਮਾਤਾ ਨੇ, ਇਸ ਜੋ ਸਾਡੀ ਸਨੂਖਾ ਨੂੰਹ ਰਾਣੀ ਬਣ ਕੇ ਸਾਡੇ ਘਰ ਵਿੱਚ ਆਏ ਨੇ, ਇਹਨਾਂ ਨੇ ਆਪਣੇ ਮਹਾਨ ਬਲੀਦਾਨੀ ਦੁਸ਼ਟ ਦਮਨ ਨੂੰ ਜਨਮ ਦੇਣਾ। ਇਹਨਾਂ ਦੇ ਪਤੀ ਸ਼ਹੀਦ ਹੋਵਣਗੇ, ਇਹਨਾਂ ਦੇ 4 ਪੋਤਰੇ ਸ਼ਹੀਦ ਹੋਵਣਗੇ, ਤੇ ਖਾਲਸਾ ਪੰਥ ਦੀ ਸਿਰਜਣਾ ਹੋਵੇ। ਮੈਨੂੰ ਲੱਗਦਾ ਹੈ ਤਾਂ ਇਸ ਸੰਸਾਰ ਦੀ ਅਦਭੁਤ ਵਿਭੂਤੀ ਧੰਨ ਧੰਨ ਸ੍ਰੀ ਮਾਤ ਗੁਜਰੀ ਸਾਹਿਬਾ ਜੀ ਦੇ ਡੋਲਾ ਲੈਣ ਵੇਲੇ ਵੀ ਪੈਦਲ ਆਏ ਨੇ, ਤੇ ਹੁਣ ਨਾਲ ਹੀ ਪੈਦਲ ਪੈਦਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚੱਲ ਰਹੇ ਹਨ। ਧਨ ਬਰਖਾ ਕੀਨ ਵਿਸਾਲੇ, ਤੇ ਜਿੱਧਰੋਂ ਲੰਘਦੇ ਪਏ ਨੇ ਧਨ ਬਰਸਦਾ ਜਾ ਰਿਹਾ ਹੈ। ਨਿਜ ਘਰ ਲੋ ਆਵਤ ਸਾਰੇ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਘਰ ਨਾਲ ਹੀ ਤਾਂ ਹੈ। ਆਨੰਦ ਕਾਰਜ ਸਥਾਨ ਤੋਂ ਮਹਾਰਾਜ ਜੀ ਦੇ ਮਹਿਲ ਸ੍ਰੀ ਕਰਤਾਰਪੁਰ ਸਾਹਿਬ ਸਿੱਖ ਜਗਤ ਦਾ ਬਹੁਤ ਵੱਡਾ ਤੀਰਥ ਸਥਾਨ ਹੈ, ਪੂਜਣਯੋਗ ਸਥਾਨ ਹੈ। ਜਦ ਵੀ ਤੁਸੀਂ ਦਰਬਾਰ ਸਾਹਿਬ ਬਾਈ ਰੋਡ ਜਾਓ ਨਾ, ਲੁਧਿਆਣੇ ਵੱਲੋਂ ਜਾਂ ਦਿੱਲੀ ਵੱਲ ਨੂੰ ਆਓ, ਅੰਮ੍ਰਿਤਸਰ ਵੱਲੋਂ, ਤਾਂ ਫਿਰ ਥੋੜ੍ਹਾ ਜਿਹਾ ਟਾਈਮ ਵੱਧ ਲੈ ਕੇ ਆਓ। ਮਾਤਾ ਗੰਗਾ ਜੀਆਂ ਦੇ ਨਾਮ 'ਤੇ ਗੰਗਸਰ ਸਾਹਿਬ ਗੁਰਦੁਆਰਾ ਹੈ। ਜ਼ਰੂਰ ਇੱਥੇ ਦਰਸ਼ਨ ਕਰਕੇ ਤੇ ਨਮਸਕਾਰ ਕਰਕੇ ਆਪਣਾ ਸੁਭਾਗ ਪ੍ਰਾਪਤ ਕਰਿਆ। ਸਾਰੀਆਂ ਬਰਕਤਾਂ ਮਹਾਰਾਜ ਜੀ ਦੀਆਂ ਇੱਥੇ ਅੱਜ ਵੀ ਬਰਸਦੀਆਂ ਪਈਆਂ। ਕੋਈ 12 ਤੋਂ ਵੱਧ ਸਥਾਨ ਨੇ ਮਹਾਰਾਜ ਜੀ ਦੇ ਦਮਦਮਾ ਸਾਹਿਬ ਆਦਿਕ, ਜਿਨ੍ਹਾਂ ਦੇ ਦਰਸ਼ਨ ਕਰਨਾ ਸਿੱਖ ਦਾ ਸੁਭਾਗ ਬਣਦਾ ਹੈ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਨੇ ਉਹ ਬਰਸਾਤ ਹੋ ਰਹੀ ਹੈ ਧਨ ਦੀ, ਨਿਜ ਘਰ ਲੈ ਆਵਤ ਸਾਰੇ। ਇਸ ਤਰ੍ਹਾਂ ਸਾਰੇ ਰਸਤੇ ਵਿੱਚ ਆਪਣੇ ਘਰ ਆਉਣ ਤੱਕ ਧਨ ਬਰਸਦਾ ਰਿਹਾ। ਧਨ ਡਾਰਤ ਗਰੀਬ ਬਜਾਰੇ, ਗਲੀਆਂ ਬਾਜ਼ਾਰਾਂ ਚੋਂ ਜਿੱਧਰੋਂ ਸਾਹਿਬ ਲੰਘੇ ਧਨ ਬਰਸਦਾ ਰਿਹਾ। ਧਨ ਬਾਜ ਬਜਾਵਤ ਊਚੇ, ਤੇ ਬਹੁਤ ਸਾਰੇ ਨਗਾਰੇ ਨਾਲ ਵੱਜ ਰਹੇ, ਵਾਜੇ ਵੱਜ ਰਹੇ ਹਨ। ਗੁਰ ਮੰਦਰ ਆਨ ਪਹੁੰਚੇ, ਤੇ ਉੱਚੀ ਉੱਚੀ ਨਗਾਰਿਆਂ ਦੀ ਗੂੰਜ ਵਿੱਚ ਬਰਸਦੇ ਹੋਏ ਧਨ ਸਾਰਾ ਕਰਤਾਰਪੁਰ ਫੁੱਲ ਆਦਿਕ ਬਰਸਾ ਰਿਹਾ ਹੈ। ਗਲੀਆਂ ਫੁੱਲਾਂ ਨਾਲ ਭਰ ਗਈਆਂ ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮੰਦਰ ਮਹਿਲ ਵਿੱਚ ਆ ਪਹੁੰਚੇ ਹਨ। ਮਿਲ ਆਗੇ ਨਾਗਰ ਨਾਰੀ, ਅੱਗੇ ਸਾਰੀਆਂ ਪਿੰਡ ਦੀਆਂ ਇਸਤਰੀਆਂ ਮਿਲ ਕੇ ਬਹੁ ਗਾਏ ਗੀਤ ਮੁਦ ਭਾਰੀ। ਬਹੁਤ ਸਾਰੇ ਖੁਸ਼ੀ ਦੇ ਗੀਤ ਆਨੰਦ ਦੇਣ ਵਾਲੇ ਆਨੰਦ ਸਹਿਤ ਅੱਗੇ ਗਾ ਰਹੀਆਂ। ਤੇ ਸਾਧ ਸੰਗਤ ਗੁਰੂ ਘਰ ਵਿੱਚ ਗੀਤ ਕਿਹੜਾ ਗਾਇਆ ਜਾਂਦਾ, ਹੋਰ ਤੇ ਗੀਤ ਗਾਉਣ ਦੀ ਮਮਾਨੀਅਤ ਹੈ, ਉਹ ਮਹਾਰਾਜ ਦੀ ਬਾਣੀ ਦੇ ਸ਼ਬਦ ਗਾ ਰਹੀਆਂ ਹੋ। ਹਮ ਘਰ ਸਾਜਨ ਆਏ ਸਾਚੇ ਮੇਲ ਮਿਲਾਏ, ਇਸ ਤਰ੍ਹਾਂ ਦੇ ਸ਼ਬਦ ਉਹ ਪੜ੍ਹ ਰਹੀਆਂ ਹੋਣਗੀਆਂ। ਗੁਰੂ ਘਰ ਦੀ ਕੁਲ ਰੀਤ ਵੀ ਬਾਣੀ ਨਾਲ ਜੁੜਨਾ ਹੀ ਹੈ। ਸਭ ਵਿਖੇ ਨਾਨਕੀ ਆਵੈ, ਔਰ ਇਸ ਤਰ੍ਹਾਂ ਦੇ ਨਾਲ ਸਾਰਿਆਂ ਦੇ ਵਿੱਚ ਮਿਲ ਕੇ ਧੰਨ ਧੰਨ ਮਾਤਾ ਨਾਨਕੀ ਸਾਹਿਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੰਨ ਜਨਨੀ ਜਨਮਦਾਤੀ ਮਾਂ ਮਾਤਾ ਨਾਨਕੀ ਜੀਆਂ। ਸੁਤ ਬਦੂ ਪਿਖਨ ਲਲਚਾਵੈ, ਉਹਨਾਂ ਦਾ ਮਨ ਕਰਦਾ ਵੀ ਛੇਤੀ ਅੱਗੇ ਹੋ ਕੇ ਮੈਂ ਆਪਣੇ ਸੁਪੁੱਤਰ ਸ੍ਰੀ ਤੇਗ ਬਹਾਦਰ ਜੀ ਤੇ ਆਪਣੀ ਨੂੰਹ ਗੁਜਰੀ ਜੀ ਨੂੰ ਪਹਿਲੇ ਦੇਖ ਲਵਾਂ। ਜਬ ਪਹੁੰਚੇ ਪੌਰ ਤੇ ਅਗਾਰੀ, ਜਦੋਂ ਇਸ ਤਰ੍ਹਾਂ ਦਰਵਾਜ਼ੇ ਦੇ ਅੱਗੇ ਦਰਸ਼ਨੀ ਦਰਵਾਜ਼ੇ ਦੇ ਅੱਗੇ ਪਹੁੰਚੇ ਸਿਰ ਵਾਰ ਵਾਰ ਤਿਸ ਬਾਰੀ। ਤੇ ਜਲ ਦਾ ਸੋਹਣਾ ਗੜਵਾ ਭਰ ਕੇ ਇਹਨਾਂ ਨੂੰਹ ਪੁੱਤਰ ਤੋਂ ਵਾਰਦੇ ਪਏ। ਇਹ ਇੱਕ ਪੁਰਾਤਨ ਸਮੇਂ ਦੀ ਇੱਕ ਰੀਤ ਹੈਗੀ ਹੈ। ਮਾਂ ਡੋਲੀ ਤੋਂ ਦੀ ਤੇ ਪੁੱਤਰ ਤੋਂ ਦੀ ਜਲ ਵਾਰ ਕੇ ਫਿਰ ਛਕ ਲੈਂਦੀ। ਇਹਦਾ ਮਤਲਬ ਇਹ ਹੈ ਕਿ ਇਹਨਾਂ ਦੀਆਂ ਸਾਰੇ ਦੁੱਖ ਮੈਂ ਨਿਗਲਦੀ ਪਈ। ਇਹਦੇ 'ਚ ਮਾਂ ਦੀ ਮਮਤਾ ਦੀ ਭਾਵਨਾ ਹੈ ਬਈ ਇਹਨਾਂ ਤੋਂ ਸਾਰੀਆਂ ਮੁਸੀਬਤਾਂ ਦੁੱਖ ਜੋ ਵੀ ਹੋਵਣ ਉਹ ਸਾਰੇ ਮੈਨੂੰ ਲੱਗ ਜਾਣ। ਮਾਂ ਸਦਕੇ ਜਾਂਦੀ ਹੈ। ਹੋਰ ਇਹ ਕੋਈ ਇਸ ਤਰ੍ਹਾਂ ਦੀ ਕੋਈ ਦੇਵ ਪੂਜਾ ਜਾਂ ਇਸ ਤਰ੍ਹਾਂ ਦੀ ਇਹ ਕੋਈ ਰੀਤ ਨਹੀਂ। ਮਤਲਬ ਇਹ ਹੁੰਦਾ ਹੈ ਕਿ ਮੈਂ ਇਹਨਾਂ ਦੇ ਸਾਰੇ ਦੁੱਖ ਘੋਲ ਕੇ ਪੀ ਲੈਂਦੀ, ਇਹਨਾਂ ਨੂੰ ਦੁੱਖ ਕੋਈ ਨਾ ਲੱਗੇ। ਮਾਂ ਨੂੰ ਪੁੱਤਰ ਤੋਂ ਇਸ ਤਰ੍ਹਾਂ ਸਦਕੇ ਜਾਂਦੀ ਹੈ। ਕਰ ਪੀਵਨ ਆਨੰਦ ਧਾਰੇ, ਔਰ ਬੜੇ ਪ੍ਰੇਮ ਨਾਲ ਉਹ ਜਿਹੜਾ ਜਲ ਹੈ ਛਕ ਲਿਆ। ਹੋਏ ਸੁਤ ਊਪਰ ਬਲਿਹਾਰੇ, ਤੇ ਆਪਣੇ ਬੱਚੇ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਤੋਂ ਬਲਿਹਾਰ ਜਾ ਰਹੇ ਹਨ। ਕੁਲ ਰੀਤ ਕਰੀ ਮਨ ਭਾਈ, ਫਿਰ ਕੁਲ ਰੀਤ ਕੀਤੀ ਗਈ ਜੋ ਗੁਰੂ ਦੇ ਮਨ ਨੂੰ ਭਾਉਂਦੀ, ਜੋ ਮਾਤਾ ਨਾਨਕੀ ਜੀ ਦੇ ਮਨ ਨੂੰ ਭਾਉਂਦੀ। ਹੁਣ ਇੱਥੇ ਨਾ ਸੋਚ ਲੈਣਾ ਬਈ ਸਾਡੇ ਵਾਂਗੂ ਹੀ ਭਾਉਂਦਾ ਹੋਵੇਗਾ। ਅਸੀਂ ਤਾਂ ਮਾੜਾ ਜਿਹਾ ਕੋਈ ਇਹੋ ਜਿਹਾ ਸਮਾਂ ਹੋਵੇ ਤੇ ਫਿਰ ਭੰਗੜੇ ਪਾਉਣ ਲੱਗ ਪੈਂਦੇ, ਫਿਰ ਗੋਲੀਆਂ ਚਲਾਉਣ ਲੱਗ ਪੈਂਦੇ ਆ, ਫਿਰ ਢੋਲ ਵੱਜਣ ਲੱਗ ਪੈਂਦੇ ਨੇ। ਔਰ ਇਸ ਤਰ੍ਹਾਂ ਦੀ ਰੀਤ ਮਨ ਭਾਈ ਰੀਤ ਨਹੀਂ। ਨਾ ਇਹ ਰੀਤ ਮਾਤਾ ਨਾਨਕੀ ਜੀ ਦੇ ਮਨ ਨੂੰ ਭਾ ਸਕਦੀ ਹੈ, ਨਾ ਇਹ ਰੀਤ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਗੁਜਰੀ ਸਾਹਿਬਾ ਦੇ ਮਨ ਨੂੰ ਭਾ ਸਕਦੀ ਹੈ, ਤੇ ਨਾ ਇਹ ਰੀਤ ਗੁਰੂ ਹਰਗੋਬਿੰਦ ਸਾਹਿਬ ਨੂੰ ਭਾ ਸਕਦੀ। ਜਿਹੜੀ ਗੁਰੂ ਨੂੰ ਰੀਤ ਭਾਉਂਦੀ ਹੈ ਉਹ ਤਾਂ ਸਾਧ ਸੰਗਤ ਸਤਿਗੁਰੂ ਨੂੰ ਸੋ ਭਾਵਦਾ ਸਤਿਗੁਰ ਦਾ ਜਿਸ ਭਾਣਾ ਭਾਵੇ। ਜਿਹੜਾ ਗੁਰੂ ਦੀ ਰਜ਼ਾ 'ਚ ਰਹਿੰਦਾ ਹੈ ਉਸ ਨੂੰ ਗੁਰੂ ਮਿਹਰ ਕਰਕੇ ਨਿਵਾਜ਼ੀ ਰੱਖਦਾ ਹੈ। ਤੇ ਗੁਰੂ ਘਰ ਦੀ ਜਿਹੜੀ ਮਨ ਭਾਉਂਦੀ ਰੀਤ ਹੈ ਉਹ ਬਾਣੀ ਦੇ ਸ਼ਬਦ ਗਾਉਣਾ, ਉਹ ਜਾਪ ਕਰਨਾ ਹੈ, ਉਹ ਸਤਿਗੁਰੂ ਦੀ ਉਸਤਤ ਕਰਨਾ ਹੈ। ਲੈ ਅੰਤਰ ਮਹਿਲ ਸਿਧਾਈ, ਫਿਰ ਇਸ ਤਰ੍ਹਾਂ ਧੰਨ ਧੰਨ ਮਾਤ ਨਾਨਕੀ ਸਾਹਿਬਾ
ਨੂੰ ਪੁੱਤਰ ਨੂੰ ਲੈ ਕੇ ਮਹਿਲ ਦੇ ਅੰਦਰ ਆ ਗਏ ਧਨ ਥਾਤੀ ਦੇ ਕਰ ਚੋਰੀ। ਔਰ ਇਸ ਤਰ੍ਹਾਂ ਦੇ ਨਾਲ ਧਨ ਦੀ ਭਰੀ ਹੋਈ ਥੈਲੀ, ਭਾਵ ਅਣਗਿਣਤ, ਗਿਣਿਆ ਨਹੀਂ, ਉਹ ਧਨ ਆਪਣੀ ਸਨੁਖਾ ਸਾਡੇ ਮਾਤਾ ਗੁਜਰੀ ਸਾਹਿਬਾ ਦੀ ਝੋਲੀ 'ਚ ਪਾ ਦਿੱਤਾ ਵਿਖ ਨੁਖਾ ਬਦਨ ਕੀ ਓਰੀ। ਤੇ ਆਪਣੇ ਨੂੰ ਮਾਤਾ ਗੁਜਰੀ ਸਾਹਿਬਾ ਜੀ ਦਾ ਮੁਖੜਾ ਦੇਖਿਆ ਸੁਬਥਾਨ ਬਿਠਾਵਨ ਕੀਨੀ। ਤੇ ਬਹੁਤ ਸੋਹਣੇ ਪਲੰਗ ਤੇ ਬਿਠਾਇਆ ਗਿਆ। ਧੰਨ ਧੰਨ ਮਾਤ ਗੁਜਰੀ ਸਾਹਿਬਾ ਨੂੰ ਮਾਤ ਨਾਨਕੀ ਜੀ ਅੰਦਰ ਲਿਆਏ ਤੇ ਫਿਰ ਬੜੇ ਸੋਹਣੇ ਪਲੰਗ ਤੇ ਬਿਠਾਇਆ ਗਿਆ ਤ੍ਰੇ ਹੇਰਤ ਬਧੂ ਨਵੀਨੀ। ਔਰ ਇਸ ਤਰ੍ਹਾਂ ਦੇ ਨਾਲ ਤਮਾਮ ਮਾਤ ਨਾਨਕੀ ਜੀ ਦੇ ਸੇਵਾਦਾਰ ਰੂਪ ਸੰਗਤਾਂ ਬੀਬੀਆਂ ਖੁਸ਼ ਹੋ ਰਹੀਆਂ ਹਨ ਨਵੀਂ ਵਹੁਟੀ ਨੂੰ ਦੇਖ ਕੇ। ਤੇ ਦਰਬ ਸਰਬ ਹੀ ਹੇਰ। ਤੇ ਜਿਹੜੀ ਆਉਂਦੀ ਹੈ ਉਹ ਮਾਤਾ ਗੁਜਰੀ ਜੀ ਦੇ ਝੋਲੀ 'ਚ ਸ਼ਗਨ ਪਾਈ ਜਾ ਰਹੀ। ਔਰ ਕਹਿੰਦੇ ਨੇ ਪਹਿਲੀ ਵਾਰੀ ਇਹ ਸੁਣਿਆ ਸੀ ਵੀ ਕਿਸੇ ਦਾ ਮੁਖੜਾ ਚੰਨ ਵਰਗਾ ਹੋ ਸਕਦਾ ਹੈ, ਪਰ ਨਵੀਂ ਨੂੰਹ ਨੂੰ ਵੇਖ ਕੇ ਤਾਂ ਇੰਝ ਲੱਗਦਾ ਹੈ ਬਈ ਚੰਨ ਨੇ ਸੁੰਦਰਤਾ ਇਹਨਾਂ ਦੇ ਮੁਖੜੇ ਕੋਲੋਂ ਲਈ। ਇਤਨਾ ਸੁਹਾਵਣਾ ਮੁਖੜਾ ਹੈ, ਮਸਤਕ ਨਾਮ ਬਾਣੀ ਵਾਲਾ ਡਲਕਾ ਮਾਰਦਾ ਪਿਆ, ਚਮਕਦਾ ਹੋਇਆ ਚਿਹਰਾ ਹੈ। ਮੁਖ ਕਰਤ ਸਰਾਹ ਕਨੇਰਾ। ਬਹੁਤ ਆਪਣੇ ਆਪਣੀ ਰਸਨਾ ਨਾਲ ਸਾਰੇ ਜਿਹੜੇ ਰਿਸ਼ਤੇਦਾਰ ਔਰ ਹੋਰ ਆਏ ਨੇ ਉਹ ਸਲਾਹ ਰਹੇ ਹਨ। ਕਹਿ ਤੇਗ ਬਹਾਦਰ ਜੋਰੀ। ਤੇ ਕਹਿੰਦੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਜੋੜੀ ਬਣੀ, ਉਸ ਵੇਲੇ ਹੱਲੇ ਗੁਰਤਾ ਗੱਦੀ ਤੇ ਨਹੀਂ ਬਿਰਾਜੇ। ਸ੍ਰੀ ਤੇਗ ਬਹਾਦਰ ਜੀ ਸਾਰੇ ਕਹਿੰਦੇ ਨੇ ਵੀ ਜੋ ਜੋੜੀ ਬਣੀ ਹੈ ਵਿਦ ਰਚੀ ਰੁਚਿਰ ਰੁਚ ਬੇਰੀ। ਔਰ ਇਸ ਤਰ੍ਹਾਂ ਦੇ ਨਾਲ ਪਾਰ ਬ੍ਰਹਮ ਪਰਮੇਸ਼ਵਰ ਨੇ ਬੜੇ ਸੋਹਣਾ ਵੇਲ ਕੱਢ ਕੇ ਜੋੜੀ ਬਣਾਈ। ਬਹੁਤ ਮਹਾਨ ਜੋੜੀ ਹੈ। ਕਰ ਕੰਗਣਾ ਤਬ ਛੁਰਵਾਇਓ। ਸਾਧ ਸੰਗਤ ਸਰੀਰਕ ਸੁੰਦਰਤਾ ਹੀ ਨਹੀਂ ਹੈ, ਖਾਨਦਾਨ ਵੀ ਬੜੇ ਚੰਗੇ ਨੇ। ਇੱਕ ਪਾਸੇ ਭਾਈ ਲਾਲ ਚੰਦ ਜੀ ਦਾ ਖਾਨਦਾਨ, ਇੱਕ ਪਾਸੇ ਗੁਰੂ ਨਾਨਕ ਦਾ ਖਾਨਦਾਨ, ਫਿਰ ਸਾਧ ਸੰਗਤ ਇੱਕ ਪਾਸੇ ਬੰਦਗੀ ਦੀ ਮੂਰਤ ਮਾਤਾ ਗੁਜਰੀ ਸਾਹਿਬਾ, ਤੇ ਇੱਕ ਪਾਸੇ ਸੰਸਾਰ ਦੇ ਸਭ ਤੋਂ ਪੂਜਨੀਕ ਗੁਰੂ ਤੇਗ ਬਹਾਦਰ ਸਾਹਿਬ। ਇਸ ਤਰ੍ਹਾਂ ਫਿਰ ਵਾਕਈ ਇਹੋ ਜਿਹੀ ਜੋੜੀ ਸੰਸਾਰ ਤੇ ਕੋਈ ਨਹੀਂ। ਜੋ ਪਹਿਲੇ ਵੀ ਬੰਦਗੀ, ਪਹਿਲੇ ਜਨਮਾਂ ਦੀ ਬੰਦਗੀ, ਹੁਣ ਰਿਸ਼ਤਾ ਗੁਰੂ ਨਾਲ ਬਣਿਆ, ਤੇ ਫਿਰ 26 ਸਾਲ ਬਾਬਾ ਬਕਾਲਾ ਸਾਹਿਬ ਬੰਦਗੀ ਤੇ ਚੱਲਦੀ ਰਹੀ, ਸੇਵਾ 'ਚ ਖੜੇ ਰਹੇ। ਇਹੋ ਜਿਹੀ ਜੋੜੀ ਸੰਸਾਰ ਤੇ ਜੇ ਕੋਈ ਹੈ ਤੇ ਭੂਤ ਭਵਿਸ਼ ਵਰਤਮਾਨ ਵਿੱਚ ਹੋਰ ਕੋਈ ਜੋੜੀ ਨਹੀਂ ਹੈ। ਇਹੋ ਜਿਹੀ ਕੇਵਲ ਤੇ ਕੇਵਲ ਜੋੜੀ ਮਾਤਾ ਗੁਜਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਇਸ ਲਈ ਸਾਰੇ ਤਾਰੀਫ ਕਰਦੇ ਪਏ ਹਨ। ਇਮ ਵਿਆਹ ਪ੍ਰਸੰਗ ਬਨਾਇਓ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮੈਂ ਯਤਨ ਕੀਤਾ ਹੈ ਕਿ ਵਿਆਹ ਦਾ ਸਾਰਾ ਪ੍ਰਸੰਗ ਸੁਣਾ ਸਕਾਂ। ਮੈਂ ਵਰਣਨ ਕੀਨ ਵਿਸਾਲਾ। ਬਹੁਤਾ ਮੈਂ ਇਸ ਨੂੰ ਬਿਆਨ ਨਹੀਂ ਕਰ ਸਕਿਆ। ਇਸ ਬੜੇ ਸੁਫਲ ਸੁਖ ਜਾਲਾ। ਪਰ ਜਿਹੜਾ ਇਸ ਨੂੰ ਪ੍ਰੇਮ ਨਾਲ ਪੜ੍ਹੇਗਾ, ਸੁਣੇਗਾ, ਉਹਦਾ ਜੀਵਨ ਸਫਲਾ ਹੋਵੇਗਾ ਤੇ ਬੇਅੰਤ ਸੁਖ ਉਹਦੀ ਝੋਲੀ 'ਚ ਪੈਣਗੇ। ਸਭ ਮੇਲ ਕਿਤਕ ਦਿਨ ਪਾਛੇ। ਇਸ ਤਰ੍ਹਾਂ ਬੜਾ ਵੱਡਾ ਮੇਲ ਕੁਝ ਦਿਨ ਹੋਰ ਤੱਕ। ਇਹ ਕਰਤਾਰਪੁਰ ਸਾਹਿਬ ਅੱਜ ਕੱਲ੍ਹ ਵੀ ਬੜੇ ਵੱਡੇ ਪੱਧਰ ਤੇ ਸ੍ਰੀ ਗੁਰੂ ਤੇਗ ਬਹਾਦਰ ਮਾਤਾ ਗੁਜਰੀ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ ਤੇ ਮਠਿਆਈਆਂ ਦੇ ਢੇਰ ਲੱਗੇ ਹੁੰਦੇ। ਮੈਂ ਜਦ ਪਹਿਲੀ ਦਫਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਜਥੇਦਾਰ ਰਣਜੀਤ ਸਿੰਘ ਜੀ ਕਾਹਲੋਂ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਬੁਲਾਵੇ ਤੇ ਪਹੁੰਚਿਆ ਤੇ ਮੈਂ ਦੇਖਿਆ ਮਠਿਆਈਆਂ ਦੇ ਢੇਰ ਲੱਗੇ ਹੋਏ। ਮੈਂ ਕਿਹਾ ਐਨੀਆਂ ਮਠਿਆਈਆਂ। ਆਖਣ ਲੱਗੇ, ਕੋਈ ਸੱਜਣ ਆਖਣ ਲੱਗੇ, ਹਾਂ ਮਾਤਾ ਗੁਜਰੀ ਜੀ ਦਾ, ਗੁਰੂ ਤੇਗ ਬਹਾਦਰ ਜੀ ਦਾ ਵਿਆਹ ਪੁਰਬ ਮਨਾ ਰਹੇ ਹਾਂ ਤੇ ਬਾਰਾਤ ਰੂਪ ਵਿੱਚ ਸੰਗਤ ਨਗਰ ਕੀਰਤਨ ਬਾਬਾ ਬਕਾਲਾ ਤੋਂ ਲੈ ਕੇ ਆਈ ਹੈ। ਤੇ
ਤੇ ਜਿੰਨੀ ਸੰਗਤ ਆਈ ਹੈ ਸਾਰਿਆਂ ਨੂੰ ਭਾਜੀ ਦੇ ਕੇ ਤੋਰਨਾ, ਮਠਿਆਈਆਂ ਦੇ ਕੇ ਤੋਰਨਾ ਹੈ। ਇਸ ਲਈ ਮਠਿਆਈਆਂ ਦੇ ਵੱਡੇ ਵੱਡੇ ਅੰਬਾਰ ਲੱਗੇ ਹੋਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਸ ਤਰ੍ਹਾਂ ਆਨੰਦ ਕਾਰਜ ਹੋਇਆ ਤੇ ਭਾਈ ਸਾਹਿਬ ਲਿਖਦੇ ਨੇ, ਜੋ ਸੁਣੇਗਾ, ਜੋ ਪੜ੍ਹੇਗਾ, ਉਹਦੀ ਝੋਲੀ ਸਭ ਸੁੱਖਾਂ ਨਾਲ ਭਰ ਜਾਵੇਗੀ। ਹੋਏ ਹਰਕ ਰਹਿ ਨਹੀਂ ਬਾਛੇ। ਔਰ ਇਸ ਤਰ੍ਹਾਂ ਦੇ ਨਾਲ ਹੋਏ ਹਰਖ ਰਹਿ ਨਹੀਂ ਬਚ, ਉਹਦੇ ਘਰ ਵਿੱਚ ਸਦਾ ਖੁਸ਼ੀਆਂ ਹੀ ਬਣੀਆਂ ਰਹਿਣਗੀਆਂ। ਉਹ ਗ੍ਰਾਮ ਪੂਰਨ ਤੇ ਆਏ। ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਰਿਸ਼ਤੇਦਾਰ ਕਈ ਨਗਰਾਂ ਤੋਂ, ਕਈ ਸ਼ਹਿਰਾਂ ਤੋਂ ਆਏ ਹੋਏ ਹਨ। ਸੰਬੰਧੀ ਪ੍ਰੇਮ ਸਭਾਏ। ਸਾਰੇ ਰਿਸ਼ਤੇਦਾਰ ਮਹਾਰਾਜ ਜੀ ਦੇ ਸੰਬੰਧੀ ਨਿਕਟਵਰਤੀ ਪ੍ਰੇਮ ਵਿੱਚ ਬੱਝੇ ਹੋਏ ਸਾਰੇ ਆਏ ਹੋਏ ਹਨ। ਚਿਰ ਕਾਲ ਬੀਤੇ ਪਾ ਮੇਲਾ। ਸਾਧ ਸੰਗਤ ਸਾਰੇ ਆਉਂਦੇ ਹੀ ਪ੍ਰੇਮ ਦੇ ਬੱਝੇ ਹੋਏ। ਹੁਣ ਤੁਸੀਂ ਆਏ ਹੋ ਸਾਰੇ, ਤਾਂ ਕਿਸ ਲਈ ਆਏ ਹੋ? ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰੇਮ 'ਚ ਬੱਝੇ ਹੋਏ ਆਏ, ਤੇ ਮਹਾਰਾਜ ਜੀ ਦੇ ਆਨੰਦ ਕਾਰਜ ਦੀ ਕਥਾ ਸੁਣਦੇ ਪਏ ਹੋ। ਤੇ ਮਹਾਰਾਜ ਨੇ ਤੁਹਾਨੂੰ ਵੀ ਤਾਂ ਸਾਰੀਆਂ ਖੁਸ਼ੀਆਂ ਦੀ ਭਾਜੀ ਦੇ ਕੇ ਹੀ ਤੋਰਨਾ ਹੈ। ਖਾਲੀ ਹੱਥ ਮਹਾਰਾਜ ਨਹੀਂ ਤੋਰਦੇ। ਇਸ ਤਰ੍ਹਾਂ ਬਹੁਤ ਵੱਡਾ ਆਨੰਦ ਦਾ ਸਮਾਂ ਬਣਿਆ ਹੋਇਆ ਹੈ। ਸੰਬੰਧੀ ਪ੍ਰੇਮ ਸਭਾਏ, ਚਿਰਕਾਲ ਬਿਤੇ ਭਾ ਮੇਲ। ਬੜੇ ਲੰਬੇ ਸਮੇਂ ਬਾਅਦ ਸੰਬੰਧੀਆਂ ਦਾ, ਰਿਸ਼ਤੇਦਾਰਾਂ ਦਾ ਮੇਲ ਹੋਇਆ ਹੈ। ਹੁਣ ਵਿਆਹ ਉਛਾਹ ਸੁਹੇਲਾ। ਤੇ ਫਿਰ ਆਨੰਦ ਕਾਰਜ ਦਾ ਬਹੁਤ ਉਤਸ਼ਾਹ ਬਣਿਆ ਹੋਇਆ ਹੈ। ਇਸ ਕਾਰਨ ਤੇ ਸੁਖ ਭਾਰੀ। ਇਸ ਕਰਕੇ ਸਾਰਿਆਂ ਦੇ ਮਨ ਨੂੰ ਵੱਡਾ ਸਕੂਨ ਮਿਲਿਆ ਹੋਇਆ ਹੈ। ਸਿਮਰੈ ਸਤਨ ਪਿਛਾਰੀ। ਔਰ ਇਸ ਤਰ੍ਹਾਂ ਦੇ ਨਾਲ ਨੇ ਸਿਮਰੈ ਸਦਨ ਪਿਸਾਰੀ। ਮਹਾਰਾਜ ਕੋਲ ਆ ਕੇ ਜਾਣ ਨੂੰ ਮਨ ਹੀ ਨਹੀਂ ਕਰ ਰਿਹਾ। ਸਾਰਿਆਂ ਨੂੰ ਪਿੱਛੇ ਘਰ ਦਾ ਚੇਤਾ ਹੀ ਨਹੀਂ ਆ ਰਿਹਾ। ਵਾਕਈ ਸਾਧ ਸੰਗਤ, ਇੱਥੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੀ ਮੈਨੂੰ ਪ੍ਰੇਮੀ ਮਿਲਦੇ ਨੇ ਤੇ ਅੱਖਾਂ ਭਰੀਆਂ ਹੁੰਦੀਆਂ ਨੇ। ਕਹਿੰਦੇ ਜੀ 4 ਦਿਨ ਹੋਏ ਸੀ ਆਏ ਹਾਂ, ਪਰ ਹੁਣ ਮਜਬੂਰੀ 'ਚ ਜਾ ਰਹੇ ਹਾਂ, ਜਾਣ ਨੂੰ ਮਨ ਤੇ ਨਹੀਂ ਕਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਹੁੰਦੇ ਨੇ, ਜਾਣ ਨੂੰ ਮਨ ਨਹੀਂ ਕਰਦਾ। ਤੇ ਜਿਨ੍ਹਾਂ ਦੇ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਬੈਠੇ ਹੋਣਗੇ, ਉਹਨਾਂ ਦਾ ਮਨ ਕਰਦਾ ਹੋਵੇਗਾ ਜਾਣ ਨੂੰ ਮਨ ਨਹੀਂ ਕਰ ਰਿਹਾ। ਬੜੇ ਉਤਸ਼ਾਹ ਵਿੱਚ ਭਰੇ ਹੋਏ ਹਨ। ਬਹੁ ਬਾਸੁਰ ਜਬ ਹੈ ਬਿਤਾਏ। ਔਰ ਇਸ ਤਰ੍ਹਾਂ ਦੇ ਨਾਲ ਪਿੱਛਾ ਕੋਈ ਯਾਦ ਨਹੀਂ ਆ ਰਿਹਾ, ਘਰ-ਬਾਰ ਕੋਈ ਯਾਦ ਨਹੀਂ ਆ ਰਿਹਾ, ਤੇ ਕਾਫੀ ਦਿਨਾਂ ਤੱਕ ਰਹਿ ਗਏ। ਲਖ ਗਮਨ ਅਬੈ ਬਨ ਆਏ। ਫਿਰ ਉਹਨਾਂ ਦੇ ਅੰਦਰ ਤਰੰਗਾਂ ਆਈਆਂ ਵੀ ਹੁਣ ਮਹਾਰਾਜ ਕੋਲੋਂ ਖੁਸ਼ੀਆਂ ਲੈ ਕੇ ਵਿਦਾ ਲੈਣੀ ਚਾਹੀਦੀ ਹੈ। ਧਨ ਬਸਨ ਬੇਭੂਖਣ ਦੀਨੇ। ਬਹੁਤ ਸਾਰਿਆਂ ਨੇ ਮਹਾਰਾਜ ਨੂੰ ਧਨ ਬਸਤਰ ਭੇਟਾ ਕੀਤੇ, ਤੇ ਮਹਾਰਾਜ ਜੀ ਨੇ ਵੀ ਇਸ ਤਰ੍ਹਾਂ ਮਾਣ ਵਧਾਇਆ। ਕਰ ਪ੍ਰੇਮ ਵਿਸਰਜਨ ਕੀਨੇ। ਤੇ ਬੜੇ ਪ੍ਰੇਮ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਅਸੀਸਾਂ ਦੇ ਕੇ, ਬਰਕਤਾਂ ਨਾਲ ਝੋਲੀਆਂ ਭਰ ਕੇ, ਲੋਕ ਪਰਲੋਕ ਦੀ ਸਹਾਇਤਾ ਦੇ ਵਰਦਾਨ ਦੇ ਕੇ ਸੰਗਤਾਂ ਨੂੰ ਵਿਦਾ ਕੀਤਾ। ਅੱਜ ਵੀ ਮਹਾਰਾਜ ਇੰਝ ਹੀ ਕਰਦੇ, ਲੋਕ ਪਰਲੋਕ ਸਹਾਇਤਾ ਕਰਦੇ। ਅਸੀਂ ਜਦੋਂ ਤੁਸੀਂ ਵਾਪਸ ਘਰ ਨੂੰ ਜਾਂਦੇ ਹੋ ਨਾ, ਤੇ ਮਹਾਰਾਜ ਫੇਰ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੰਦੇ। ਬੜਿਆਂ ਨੂੰ ਮਹਿਸੂਸ ਹੁੰਦਾ ਹੈ। ਅੱਛਾ, ਆਪਣੇ ਆਪ ਨੂੰ ਸਾਰੇ ਗੁਰੂ ਹਰਗੋਬਿੰਦ ਸਾਹਿਬ ਦੇ ਰਿਸ਼ਤੇਦਾਰ ਸਮਝਦੇ ਹੋਏ ਇੱਕ ਵਾਰੀ ਸਾਰੇ ਮਿਲ ਕੇ ਜੈਕਾਰਾ ਬੁਲਾਓ। ਇਸ ਤਰ੍ਹਾਂ ਮਹਾਰਾਜ ਜੀ ਨੇ ਸਾਰੇ ਰਿਸ਼ਤੇਦਾਰਾਂ ਨੂੰ ਵਿਦਾ ਕੀਤਾ। ਸਭ ਤ੍ਰੇਹਣ ਭੱਲੇ ਚਾਲੇ। ਸਾਰੇ ਭੱਲੇ ਗੁਰੂ ਅਮਰਦਾਸ ਜੀ ਦੀ ਕੁਲ ਦੇ, ਤੇ ਤ੍ਰਿਹਣ ਗੁਰੂ ਅੰਗਦ ਦੇਵ ਜੀ ਦੀ ਕੁਲ ਦੇ ਚੱਲੇ ਹਨ। ਕਹਿ ਬਾਕ ਪ੍ਰੇਮ ਕੇ ਨਾਲੇ। ਤੇ ਪਰਸਪਰ ਬੜੇ ਪ੍ਰੇਮ ਨਾਲ ਬਚਨ ਬਿਲਾਸ ਹੋ ਰਹੇ ਹਨ। ਹੁਣ ਹਰੀ ਚੰਦ ਅਰ ਰਾਮਾ। ਔਰ ਇਸ ਤਰ੍ਹਾਂ ਦੇ ਨਾਲ ਭਾਈ ਹਰੀ ਚੰਦ ਜੀ ਤੇ ਰਾਮਾ ਜੀ ਜੜ ਬਹਿਲਨ ਗਮਨੇ ਧਾਮਾ। ਉਹ ਵੀ ਆਪਣੇ ਰਥਾਂ ਤੇ ਚੜ ਕੇ ਆਪਣੇ ਆਪਣੇ ਘਰ ਨੂੰ ਵਿਦਾ ਹੋਏ। ਹਰ ਗੋਬਿੰਦ ਜਸ ਉਚਰੰਤੇ। ਪਰ ਇੱਕ ਗੱਲ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਕਰਦੇ ਹੋਏ ਜਾ ਰਹੇ, ਵਡਿਆਈਆਂ ਕਰਦੇ ਹੋਏ ਜਾ ਰਹੇ। ਤੁਸੀਂ ਵੀ ਇਹੀ ਕਰਨਾ। ਜਦੋਂ ਮਹਾਰਾਜ ਕੋਲੋਂ ਵਿਦਾ ਲੈ ਕੇ
ਆਪਣੇ ਘਰ ਜਾਓਗੇ ਰਸਤੇ 'ਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ ਕਰਦੇ ਜਾਇਓ, ਮਹਾਰਾਜ ਦਾ ਜਸ ਕਰਦੇ ਜਾਇਓ, ਤੇ ਤੁਹਾਡੇ ਘਰ ਗੁਰੂ ਦਾ ਜਸ ਪਹੁੰਚੇਗਾ ਤੇ ਤੁਹਾਡਾ ਜਸ ਗੁਰੂ ਬਹੁਤ ਵਧਾ ਦੇਵੇਗਾ। ਇਸ ਤਰ੍ਹਾਂ ਆਉਣਾ ਜਾਣਾ ਹੁੰਦਾ ਹੈ। ਪ੍ਰਸਥਾਨੋ ਪੰਥ ਕਰਨ ਤੇ, ਇਸ ਤਰ੍ਹਾਂ ਪ੍ਰਸਥਾਨ ਕਰ ਰਹੇ ਹਨ, ਰਸਤੇ ਤੇ ਪਏ ਹਨ। ਨਿਜ ਤ੍ਰਿਆ ਉਤ ਗਮਨਿਓ ਦਵਾਰਾ, ਇਸ ਤਰ੍ਹਾਂ ਭਾਈ ਦੁਆਰਾ ਜੀ ਵੀ ਆਪਣੀ ਪਤਨੀ ਸਮੇਤ ਪਧਾਰੇ ਹਨ, ਪ੍ਰਸਥਾਨ ਕੀਤਾ ਕਰ ਹੈ। ਜਥਾ ਜੋਗ ਵਿਵਹਾਰਾ, ਜਿਸ ਤਰ੍ਹਾਂ ਯੋਗ ਵਰਤੋਂ ਵਿਵਹਾਰ ਸੀ ਮਿਲ ਵਰਤਣ ਕਰਕੇ, ਸੁਤ ਸਾਧੂ ਧਰਮਾ ਲੈ ਕੇ, ਇਸ ਤਰ੍ਹਾਂ ਭਾਈ ਧਰਮਾ ਗੁਰੂ ਸਾਹਿਬ ਜੀ ਦਾ ਕੁੜਮ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਾਮਾਦ ਧੰਨ ਧੰਨ ਬੀਬੀ ਵੀਰੋ ਜੀ ਦੇ ਪਤੀ ਭਾਈ ਸਾਧੂ ਜੀ ਨੂੰ ਲੈ ਕੇ ਸਤਿਗੁਰ ਕੋ ਬੰਧਨ ਕਹਿ ਤੇ ਕੇ, ਮਹਾਰਾਜ ਜੀਆਂ ਨੂੰ ਨਮਸਕਾਰਾਂ ਕਰਕੇ ਮਿਲ ਵੀਰੇ ਵੀਰੋ ਗੁਰੂ ਪਿਤ ਸੰਗਾ, ਤੇ ਧੰਨ ਧੰਨ ਬੀਬੀ ਵੀਰੋ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਸਾਹਿਬਜ਼ਾਦੇ, ਇੱਕ ਸਪੁੱਤਰੀ ਬੀਬੀ ਵੀਰੋ ਜੀ, ਉਹਨਾਂ ਨੂੰ ਨਾ ਉਹਨਾਂ ਨੇ ਵੀ ਮੱਥਾ ਟੇਕਿਆ ਦੋ ਮਾਤਨ ਮਿਲੀ ਉਮੰਗਾ, ਤੇ ਬੜੇ ਉਤਸ਼ਾਹ ਨਾਲ ਦੋਵਾਂ ਮਾਤਾਵਾਂ ਨੂੰ, ਮਾਤਾ ਮਰਵਾਹੀ ਜੀ ਅਤੇ ਮਾਤਾ ਨਾਨਕੀ ਜੀਆਂ ਨੂੰ ਮਿਲੇ। ਧਨ ਬਸਨ ਪੇ ਭੂਖਣ ਲੀਨੇ, ਔਰ ਇਸ ਤਰ੍ਹਾਂ ਦੋਵਾਂ ਹੀ ਮਾਤਾਵਾਂ ਨੇ ਆਪਣੀ ਸੁਪੁੱਤਰੀ ਬੀਬੀ ਵੀਰੋ ਜੀ ਨੂੰ ਕਾਫੀ ਸਾਰੇ ਗਹਿਣੇ, ਬਸਤਰ ਤੇ ਹੋਰ ਮਠਿਆਈਆਂ ਆਦਿਕ ਦੇ ਕੇ ਤੋਰਿਆ। ਮਿਲ ਭਰਾਤਨ ਸੋਹਿਤ ਕੀਨੇ, ਤੇ ਚਾਰੇ ਹੀ ਭਰਾਤਾ, ਕਿਉਂਕਿ ਪਹਿਲੇ ਬਾਬਾ ਅਟਲ ਜੀ ਤੇ ਮੋਹਨ ਨੂੰ ਜੀਵਨ ਦਾਨ ਦੇ ਕੇ ਪ੍ਰਸਥਾਨ ਕਰ ਗਏ। ਸੁਣੋ 4 ਭਰਾ ਨੇ, ਉਹਨਾਂ ਸਾਰਿਆਂ ਨੂੰ ਮਿਲ ਕੇ ਨਿਜ ਸਦਨ ਗਈ ਸੁਖ ਪਾਏ, ਬੜੇ ਪ੍ਰੇਮ ਨਾਲ ਸਾਰੇ ਸੁਖ ਅਸੀਸਾਂ ਪ੍ਰਾਪਤ ਕਰਕੇ ਆਪਣੇ ਘਰ ਨੂੰ ਗਏ ਹਨ। ਪਰਿਵਾਰ ਹੇਰ ਸਮੁਦਾਏ, ਸਾਰਾ ਪਰਿਵਾਰ ਇੱਕ ਦੂਜੇ ਨੂੰ ਮਿਲਿਆ ਹੈ। ਤਬ ਰਾਏ ਜੋਧ ਗੁਰ ਪਾਸਾ, ਫਿਰ ਭਾਈ ਜੋਧ ਰਾਏ ਜੀ ਮਹਾਰਾਜ ਕੋਲ ਆਏ, ਕਰ ਬੰਦ ਕਰੀ ਅਰਦਾਸਾ, ਹੱਥ ਜੋੜ ਕੇ ਬੇਨਤੀਆਂ ਕੀਤੀਆਂ ਹਨ। ਨਿਜ ਸੁਤ ਕੋ ਪਾਇਨ ਪਾਵਾ, ਔਰ ਆਪਣਾ ਜਿਹੜਾ ਪੁੱਤਰ ਹੈ ਨਾ, ਫੱਤਾ ਜਿਹਦਾ ਨਾਮ ਹੈ, ਉਹਨੂੰ ਮਹਾਰਾਜ ਦੇ ਚਰਨੀ ਲਾ ਦਿੱਤਾ ਤੇ ਆਖਿਆ ਸੱਚਾ ਪਾਤਸ਼ਾਹ, ਜਿਵੇਂ ਸਾਡੀ ਦੋਵਾਂ ਭਰਾਵਾਂ ਦੀ, ਸਲੇਮ ਸ਼ਾਹ ਦੀ ਤੇ ਮੇਰੀ ਤੁਸਾਂ ਬਾਹ ਫੜੀ ਹੋਈ ਹੈ ਨਾ, ਇਹ ਮੇਰੇ ਪੁੱਤਰ ਫੱਤੇ ਦੀ ਵੀ ਬਾਹ ਫੜੀ ਰੱਖ। ਮਹਾਰਾਜ ਦੇ ਚਰਨਾਂ ਤੇ ਬਿਠਾ ਦਿੱਤਾ। ਜਿਸ ਫੱਤਾ ਨਾਮ ਰਖਾਵਾ, ਜਿਹੜਾ ਨਾਮ ਭਾਈ ਫੱਤਾ ਰੱਖਿਆ ਹੋਇਆ ਉਨ ਹੈ, ਭਰਾਤਾ ਸਾਹ ਸਲੇਮ, ਫਿਰ ਉਹਨਾਂ ਦੇ ਭਰਾਤਾ ਸਲੇਮ ਸ਼ਾਹ ਜੀ ਕਰ ਬੰਧਨ ਚਾਹਤ ਛੇਮੂ, ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਕੇ ਤੇ ਖੁਸ਼ੀਆਂ ਖੇਮ ਆਦਿਕ ਚਾਹੁੰਦੇ ਹਨ। ਤ੍ਰੈ ਸਿੱਖ ਸੁਤਾ ਚਲ ਆਈ, ਔਰ ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਘਰੋਂ ਬੀਬੀ ਜੀ ਜੋ ਸਿੱਖ ਪੁੱਤਰੀ ਹਨ ਉਹ ਚੱਲ ਆਏ ਹਨ। ਪਗ ਕਰਿਓ ਪ੍ਰਣਾਮ ਗੁਸਾਈ, ਤੇ ਸਾਰੇ ਜਗਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਸਭ ਉਪਰ ਖੁਸ਼ੀ ਵਿਸਾਲਾ, ਫਿਰ ਮਹਾਰਾਜ ਨੇ ਦੋਵੇਂ ਹੱਥ ਇੰਝ ਕਰਕੇ ਨਾ ਤੇ ਸਾਰਿਆਂ ਤੇ ਖੁਸ਼ੀਆਂ ਜ਼ਾਹਰ ਕੀਤੀਆਂ। ਇੱਕ ਵਾਰੀ ਤੁਸੀਂ ਵੀ ਉਸ ਮਾਹੌਲ ਵਿੱਚ ਆਪਣੀ ਸੁਰਤ ਨੂੰ ਲੈ ਚੱਲੋ, ਨੇਤਰ ਬੰਦ ਕਰਕੇ, ਤੇ ਦੇਖੋ ਮਹਾਰਾਜ ਦੋਵੇਂ ਹੱਥ ਉੱਚੇ ਕਰਕੇ ਤੁਹਾਨੂੰ ਵੀ ਅਸੀਸਾਂ ਦੇ ਰਹੇ ਹਨ, ਸਾਨੂੰ ਸਭ ਨੂੰ ਅਸੀਸਾਂ ਦੇ ਰਹੇ ਹਨ। ਤੇ ਅਸੀਸਾਂ ਨਾਲ ਝੋਲੀਆਂ ਭਰਦੇ ਹੋਏ ਇੱਕ ਜੈਕਾਰਾ ਸਾਰੇ ਮਿਲ ਕੇ ਗਜਾ ਦੇਵੋ। ਸਾਰਿਆਂ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਵੱਡੀ ਪ੍ਰਸੰਨਤਾ, ਖੁਸ਼ੀ ਜ਼ਾਹਰ ਕਰ ਰਹੇ ਹਨ। ਗੁਰ ਕਰਤ ਪਏ ਤਿਸ ਕਾਲਾ, ਉਸ ਵੇਲੇ ਮਹਾਰਾਜ ਨੇ ਸਭ ਨੂੰ ਨਿਹਾਲ ਨਿਹਾਲ ਕੀਤਾ। ਹੋਏ ਵਿਦਾ ਪੰਥ ਪ੍ਰਸਥਾਨੇ, ਇਸ ਤਰ੍ਹਾਂ ਵਿਦਾ ਹੋ ਕੇ ਰਸਤੇ ਤੇ ਚੱਲੇ ਹਨ। ਗੁਰ ਜਸ ਕੋ ਕਰਤ ਬਖਾਨੇ, ਗੁਰੂ ਸਾਹਿਬ ਜੀ ਦਾ ਜਸ ਕਰਦੇ ਜਾ ਰਹੇ ਹਨ। ਹੁਣ ਸਾਧੂ ਰੂਪਾ ਆਇਓ, ਫਿਰ ਮਹਾਰਾਜ ਜੀ ਦੇ ਅਨੰਨ ਸਿੱਖ ਭਾਈ ਸਾਧੂ ਜੀ ਤੇ ਭਾਈ ਰੂਪ ਚੰਦ ਜੀ
ਇਹ ਵੀ ਆਏ ਹਨ। ਪਗ ਪੰਕਜ ਸੀਸ ਨਿਵਾਇਓ, ਮਹਾਰਾਜ ਜੀਆਂ ਦੇ ਚਰਨ ਕਮਲਾਂ ਤੇ ਸੀਸ ਰੱਖਿਆ ਕਰ ਹੈ। ਬੇਨਤੀ ਸਦਨ ਪਿਆਨੇ, ਇਸ ਤਰ੍ਹਾਂ ਬੇਨਤੀਆਂ ਕਰਕੇ ਆਗਿਆ ਲੈ ਕੇ ਘਰ ਵੱਲ ਚੱਲੇ ਹਨ। ਗੁਰ ਖੁਸ਼ੀ ਕੀਨ ਹਿਤ ਠਾਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਪਿਆਰ ਕੀਤਾ ਤੇ ਆਖਿਆ ਸਾਧੂ ਰੂਪਿਆ ਤੇਰੀ ਝੋਲੀ 'ਚ ਸਾਰੀਆਂ ਹੀ ਖੁਸ਼ੀਆਂ ਪਾਈਆਂ, ਸਾਰੀਆਂ ਬਰਕਤਾਂ ਨਾਲ ਝੋਲੀਆਂ ਭਰ ਦਿੱਤੀਆਂ। ਇਤਿਆਦਕ ਮੇਲ ਜੇ ਸਾਰਾ, ਇਤਿਆਦਕ ਜਿਹੜਾ ਮੇਲ ਹੈ ਸਾਰੇ ਰਿਸ਼ਤੇਦਾਰਾਂ ਦਾ, ਸੰਬੰਧੀਆਂ ਦਾ, ਮਿਲ ਨਿਜ ਨਿਜ ਸਦਨ ਸਿਧਾਰਾ, ਮਿਲ ਕੇ ਆਪਣੇ ਆਪਣੇ ਘਰ ਚਾਲੇ ਪਾਏ। ਗੁਰ ਕੀਰਤ ਭਾਖਤ ਜਾਤੇ। ਪਰ ਇੱਕ ਗੱਲ ਹੈ ਵੀ ਸਾਰੇ ਜਾਂਦਿਆਂ ਹੋਇਆ ਮਹਾਰਾਜ ਦਾ ਜਸ ਕਰਦੇ ਜਾ ਰਹੇ। ਇਹ 5 ਪੰਕਤੀਆਂ 'ਚ 3 ਵਾਰੀ ਭਾਈ ਸਾਹਿਬ ਨੇ ਲਿਖ ਦਿੱਤਾ ਵੀ ਗੁਰੂ ਕਾ ਜਸ ਕਰਦੇ ਹੋਏ ਜਾ ਰਹੇ। ਸਿੱਖ ਦਾ ਜੀਵਨ ਹੈ ਹੀ ਗੁਰੂ ਦਾ ਜਸ ਕਰਨ ਵਾਸਤੇ, ਤੇ ਜਿਹਨੂੰ ਗੁਰੂ ਦਾ ਜਸ ਕਰਨਵਾ ਮਿਲ ਜਾਵੇ ਉਹਦੇ ਵਰਗਾ ਹੋਰ ਸ਼ਹਿਨशाह ਵੀ ਕੋਈ ਨਹੀਂ, ਜਿਹੜਾ ਗੁਰੂ ਦਾ ਜਸ ਕਰੇ, ਗੁਰੂ ਦੀਆਂ ਵਡਿਆਈਆਂ ਕਰੇ। ਸਤਨਾਮ ਸਿਮਰ ਸੁਖ ਰਾਤੇ, ਤੇ ਸਾਰੇ ਸੱਚਾ ਨਾਮ ਵਾਹਿਗੁਰੂ ਦਾ ਪ੍ਰੇਮ ਸਹਿਤ ਪ੍ਰੇਮ 'ਚ ਰੰਗੇ ਹੋਏ ਜਸ ਕਰ ਰਹੇ ਹਨ। ਸੁਨ ਸਤਿਗੁਰ ਸਮਾ ਬਿਤਾਇਓ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਿਰ ਸ੍ਰੀ ਕਰਤਾਰਪੁਰ ਸਮਾਂ ਬਿਤਾ ਰਹੇ ਹਨ। ਕਰਤਾਰਪੁਰੇ ਸੁਖ ਪਾਇਓ, ਕਰਤਾਰਪੁਰ ਦੇ ਸੰਗਤਾਂ ਨੇ ਬਹੁਤ ਸੁਖ ਪ੍ਰਾਪਤ ਕੀਤੇ ਹਨ। ਜਬ ਦਿਵਸ ਪੁਰਬ ਕੋ ਆਵੇ, ਮਹਾਰਾਜ ਸੱਚੇ ਪਾਤਸ਼ਾਹ ਵੀ ਆਨੰਦ ਵਿੱਚ ਨੇ, ਤੇ ਜਦੋਂ ਕੋਈ ਗੁਰਪੁਰਬ ਆਉਂਦਾ ਹੈ ਸਿੱਖ ਸੰਗਤ ਮਿਲ ਬਹ ਜਾਵੇ, ਤੇ ਕਰਤਾਰਪੁਰ ਵੱਡੇ ਸਾਗਰ ਦੀ ਤਰ੍ਹਾਂ ਬਣ ਜਾਂਦਾ, ਸੰਗਤਾਂ ਦਾ ਸੈਲਾਬ ਆ ਜਾਂਦਾ ਹੈ। ਦਿਨ ਦੀਪਮਾਲ ਬੈਸਾਖੀ, ਇਹ ਵੱਡੇ ਵੱਡੇ ਸਮਾਗਮ ਬੰਦੀ ਛੋੜ ਦਿਵਸ, ਦੀਪਮਾਲਾ ਤੇ ਵੈਸਾਖੀ ਦਾ ਪੁਰਬ ਵੱਡੇ ਪੱਧਰ ਤੇ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਨਾ ਰਹੇ ਨੇ। ਅੱਜ ਵੀ ਜਦ ਬੰਦੀ ਛੋੜ ਦਿਵਸ ਦਰਬਾਰ ਸਾਹਿਬ ਮਨਾਇਆ ਜਾਂਦਾ ਹੈ ਨਾ, ਤੇ ਫਿਰ ਸੰਗਤਾਂ ਦਾ ਸੈਲਾਬ ਆ ਜਾਂਦਾ, ਪਰ ਕਰਮਾਂ ਵਿੱਚ ਜਗ੍ਹਾ ਨਹੀਂ ਮਿਲਦੀ, ਦੀਵਾਨ ਹਾਲ ਜਗ੍ਹਾ ਨਹੀਂ ਮਿਲਦੀ, ਚੱਲਣ ਫਿਰਨ ਲਈ ਜਗ੍ਹਾ ਨਹੀਂ ਮਿਲਦੀ। ਇਤਨੀਆਂ ਵੱਡੀਆਂ ਮਹਾਰਾਜ ਦੇ ਘਰ ਰੌਣਕਾਂ ਬਣ ਜਾਂਦੀਆਂ, ਤੇ ਮੁੱਦਤਾਂ ਤੋਂ ਸਦੀਆਂ ਤੋਂ ਸੰਗਤਾਂ ਆ ਰਹੀਆਂ ਨੇ, ਤੇ ਸਾਧ ਸੰਗਤ ਇੰਨਾ ਇਕੱਠ ਐਵੇਂ ਨਹੀਂ ਹੁੰਦਾ। ਅੱਜ ਵੀ ਗੁਰੂ ਰਾਮਦਾਸ ਮਹਾਰਾਜ ਸਭ ਦੀਆਂ ਝੋਲੀਆਂ ਭਰਦੇ ਪਏ। ਜੈਕਾਰਾ ਉੱਚੀ ਬੁਲਾਇਆ ਕਰੋ। ਇਹ 1500 ਦਾ ਕਿਲੋਮੀਟਰ ਦਾ ਸਫ਼ਰ ਕਰਕੇ ਸੰਗਤਾਂ ਐਵੇਂ ਨਹੀਂ ਪਟਨਾ ਸਾਹਿਬ ਆ ਰਹੀਆਂ, ਹਜ਼ਾਰਾਂ ਮੀਲਾਂ ਦੇਸ਼ਾਂ ਵਿਦੇਸ਼ਾਂ ਦਾ ਸਫ਼ਰ ਕਰਕੇ ਸੰਗਤਾਂ ਐਵੇਂ ਨਹੀਂ ਆ ਰਹੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਵੀ ਸਭ ਦੀਆਂ ਝੋਲੀਆਂ ਭਰਦੇ ਪਏ। ਇਸ ਤਰ੍ਹਾਂ ਵੈਸਾਖੀ ਦਾ ਸਮਾਗਮ, ਦੀਪਮਾਲਾ ਦਾ ਸਮਾਗਮ, ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮਸਕੀਨ ਜੀ ਪੰਥ ਰਤਨ ਮਹਾਂਪੁਰਖਾਂ ਤੋਂ ਬਾਅਦ ਦਾਸ ਨੂੰ ਬੰਦੀ ਛੋੜ ਸਮਾਗਮਾਂ ਦੀ ਸਮਾਪਨਤਾ ਵੇਲੇ ਹਰ ਸਾਲ ਉੱਥੇ ਸੇਵਾ ਦਾ ਮੌਕਾ ਬਣਦਾ। ਇਸ ਸਾਲ ਵੀ 31 ਤਰੀਕ ਇਸ ਮਹੀਨੇ ਦੀ 31 ਤਰੀਕ ਤੋਂ ਲੈ ਕੇ ਤੇ 5 ਨਵੰਬਰ ਤੱਕ ਦਰਬਾਰ ਸਾਹਿਬ ਸ੍ਰੀ ਮੰਜੀ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਹਾਜ਼ਰੀਆਂ ਭਰੀਆਂ। ਅੱਜ ਹੀ ਸਾਡੇ ਸਤਿਕਾਰਯੋਗ ਜਨਰਲ ਸਕੱਤਰ ਸਰਦਾਰ ਇੰਦਰਜੀਤ ਸਿੰਘ ਜੀ ਸਾਹਮਣੇ ਬੈਠੇ ਨੇ, ਮੈਨੂੰ ਕਹਿਣ ਲੱਗੇ ਵੀ ਜੋ ਮਰਜ਼ੀ ਹੋਵੇ ਉੱਥੇ ਨਾਗਾ ਨਹੀਂ ਪੈਣਾ ਚਾਹੀਦਾ। ਬੜਾ ਵਡਭਾਗ ਹੋਵੇ ਤਾਂ ਦੀਦਾਰ ਬਣਦਾ ਹੈ, ਸੁਭਾਗ ਬਣਦਾ ਹੈ। 5 ਤਖਤਾਂ ਤੇ ਅਰਦਾਸ ਹੁੰਦੀ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਤੇ ਸੰਗਤਾਂ ਦਾ ਵੱਡਾ ਇਕੱਠ ਬਣਦਾ ਹੈ। ਜੇ ਕੁਝ ਨਾ ਮਿਲਦਾ ਹੋਵੇ ਨਾ, ਲੋਕੀ 1-2 ਵਾਰ ਆ ਕੇ ਫਿਰ ਪਾਸਾ ਵੱਟ ਜਾਂਦੇ ਨੇ, ਪਰ ਰੋਜ਼ ਝੋਲੀਆਂ ਭਰਦੇ ਨੇ। ਇਸ ਲਈ ਰੋਜ਼ ਬਰਕਤਾਂ, ਰੋਜ਼ ਵੱਡੇ ਇਕੱਠ ਤੇ ਰੋਜ਼ ਮਿਹਰਾਂ ਬਰਸਦੀਆਂ ਰਹਿੰਦੀਆਂ ਹਨ। ਸਭ ਆਵਤੀ ਦਰਸ਼ਨ ਕਾਂਖੀ, ਸਾਰੇ ਮਹਾਰਾਜ ਜੀ ਦੇ ਦਰਸ਼ਨਾਂ ਲਈ ਹੁਣ ਵੈਸਾਖੀ ਹੋਵੇ, ਦੀਪਮਾਲਾ ਹੋਵੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਕਰਤਾਰਪੁਰ ਸਾਹਿਬ ਆ ਰਹੇ ਹਨ। ਧਨ ਅਰਪ ਹੈ ਵਸਤੁਨ ਆਨੈ, ਤੇ ਬਹੁਤ ਸਾਰੀਆਂ ਬੇਸ਼ਕੀਮਤੀ ਵਸਤੂਆਂ
ਅਰਪਣ ਕਰਦੇ ਹਨ। ਪਗ ਪੰਕਜ ਬੰਦਨ ਠਾਨੈ, ਸ੍ਰੀ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਨਮਸਕਾਰਾਂ ਕਰਦੇ ਹਨ। ਉਹ ਦਰਬ ਬਿਭੂਖਨ ਨਾਨਾ, ਕੋਈ ਧਨ ਕੋਈ ਗਹਿਣੇ ਨਾਨਾ ਪ੍ਰਕਾਰ ਦੇ, ਬੜ ਅਦਭੁਤ ਮੋਲ ਮਹਾਨਾ, ਤੇ ਬੜੇ ਬੇਸ਼ਕੀਮਤੀ ਬਸਤਰ ਮਹਾਰਾਜ ਜੀ ਨੂੰ ਭੇਟਾ ਕਰਦੇ ਹਨ। ਧਨ ਸ਼ਸਤਰ ਅਨੇਕ ਪ੍ਰਕਾਰੀ, ਅਨੇਕਾਂ ਤਰ੍ਹਾਂ ਦੀ ਅਨੇਕਾਂ ਹੀ ਪ੍ਰਕਾਰ ਦੀ ਹੈ ਆਨਹਿ ਦੇ ਤਨ ਭਾਰੀ, ਕੋਈ ਸ਼ਸਤਰ ਤੇ ਕੋਈ ਵੱਡੇ ਵੱਡੇ ਤਕੜੇ ਤਕੜੇ ਭਾਰੇ ਘੋੜੇ ਅਰਪਣ ਕਰ ਰਿਹਾ, ਕੋਈ ਧਨ ਅਰਪਣ ਕਰ ਰਿਹਾ ਹੈ। ਮਨ ਕਰਤ ਕਾਮਨਾ ਪਾਵੈ, ਤੇ ਸਾਰੇ ਮਨ ਦੀਆਂ ਕਾਮਨਾਵਾਂ ਮਹਾਰਾਜ ਕੋਲੋਂ ਪੂਰੀਆਂ ਕਰਵਾ ਰਹੇ। ਅੱਜ ਵੀ ਕਰ ਰਹੇ ਨੇ। ਮਹਾਰਾਜ ਦੀ ਖੇਡ ਵਰਤ ਰਹੀ ਹੈ। ਸਿੱਖ ਦੂਰ ਦੂਰ ਤੇ ਆਵੈ, ਦੂਰ ਦੂਰ ਤੋਂ ਜਿਵੇਂ ਆਪ ਆਏ ਹੋਏ ਹੋ ਇਸ ਤਰ੍ਹਾਂ ਸੰਗਤਾਂ ਆ ਰਹੀਆਂ ਹਨ। ਜਹ ਸਤਿਗੁਰ ਨਿਜ ਸਿੱਖ ਜੋਵੈ, ਔਰ ਇਸ ਤਰ੍ਹਾਂ ਦੇ ਨਾਲ ਬੜਾ ਸੋਹਣਾ ਲਿਖਿਆ ਭਾਈ ਸਾਹਿਬ, ਜੈ ਸਤਿਗੁਰ ਨਿਜ ਸੁਖ ਜੋਵੈ। ਮਹਾਰਾਜ ਜੀ ਦੇ ਘਰ ਵਿੱਚ ਨਿਜ ਸੁਖ ਪ੍ਰਾਪਤ ਕਰਦੇ ਹਨ। ਸਭ ਥਾਨ ਸਹਾਇਕ ਹੋਵੈ, ਤੇ ਨਾਲੇ ਇਹ ਵੀ ਪਤਾ ਹੈ ਵੀ ਮਹਾਰਾਜ ਹਰ ਥਾਂ ਸਾਡੇ ਸਹਾਇਤਾ ਕਰਨ ਲਈ ਆ ਜਾਂਦੇ ਹਨ। ਉਹ ਦਸਵੰਦ ਦੇਵੈ ਆਈ, ਤੇ ਕੋਈ ਆਪਣਾ ਦਸਵੰਦ ਲਿਆ ਕੇ ਭੇਟਾ ਕਰਦਾ ਹੈ। ਉਹ ਅਰਪ ਮਨੋਤੀ ਬਣਾਈ, ਤੇ ਕੋਈ ਮੰਨਦਾ ਹੈ ਮਹਾਰਾਜ ਮੈਨੂੰ ਇਹ ਮਿਲ ਜਾਵੇ ਇਹ ਮਿਲ ਜਾਵੇ, ਉਹ ਮਿਲ ਜਾਂਦਾ। ਫੇਰ ਗੁਰੂ ਦੀ ਮਿਹਰ ਬਣ ਜਾਂਦੀ ਹੈ। ਕਰ ਚਾਉ ਪ੍ਰਥਮ ਕੋ ਆਵੈ, ਬਹੁਤ ਪ੍ਰੇਮ ਨਾਲ ਪਹਿਲਾਂ ਹੀ ਆ ਜਾਂਦੇ ਨੇ, ਤੇ ਪਹਿਲਾਂ ਕੋਈ ਪਿੱਛੋਂ ਇਸ ਤਰ੍ਹਾਂ ਤਾਂਤਾ ਹੀ ਲੱਗਿਆ ਰਹਿੰਦਾ ਹੈ। ਉਹ ਪ੍ਰੇਮੀ ਦਰਸ਼ਨ ਪਾਵੈ, ਮਹਾਰਾਜ ਜੀ ਦੇ ਪ੍ਰੇਮੀ ਆ ਕੇ ਦਰਸ਼ਨ ਕਰਦੇ ਹਨ। ਸੁਤ ਆਦਿ ਕਾਮਨਾ ਪਾਵੈ, ਪੁੱਤਰ ਧਨ ਪਦਵੀ ਮਾਣ ਸਨਮਾਨ ਆਦਿਕ ਜੋ ਵੀ ਭਾਵਨਾ ਹੁੰਦੀ ਹੈ ਮਹਾਰਾਜ ਕੋਲੋਂ ਪ੍ਰਾਪਤ ਕਰਦੇ ਹਨ। ਉਹ ਭਗਤ ਗਿਆਨ ਲਿਵ ਲਾਵੈ, ਤੇ ਕੋਈ ਭਗਤੀ ਤੇ ਬ੍ਰਹਮ ਗਿਆਨ ਵਿੱਚ ਧਿਆਨ ਜੋੜ ਕੇ ਮਹਾਰਾਜ ਕੋਲੋਂ ਮੰਗਦਾ ਹੈ। ਦਿਨ ਰਾਤ ਸੇਵਾ ਵਿੱਚ ਜੁਟੇ ਰਹਿੰਦੇ। ਇਹ ਸਤਿਕਾਰਯੋਗ ਸਾਡੇ ਬਿਹਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਭਾਈ ਸੂਰਜ ਸਿੰਘ ਜੀ ਨਲਵਾ, ਦਿਨ ਰਾਤ ਸੇਵਾ 'ਚ ਲੱਗੇ ਰਹਿੰਦੇ। ਜੋ ਕੁਝ ਅਸੀਂ ਇਹਨਾਂ ਨੂੰ ਕਹਿ ਦਈਏ ਨਾ ਕਿ ਤਖਤ ਸਾਹਿਬ ਵਿਖਿਆ ਚੀਜ਼ ਚਾਹੀਦੀ ਹੈ, ਤੇ ਸਾਡੇ ਤਖਤ ਸਾਹਿਬ ਆਉਣ ਤੋਂ ਪਹਿਲੇ ਪਹੁੰਚੀ ਹੁੰਦੀ, ਤੇ ਸਾਰਾ ਕੁਝ ਆਪਣੇ ਕੋਲੋਂ ਕਰਦੇ ਨੇ। ਮਹਾਰਾਜ ਦੀ ਮਿਹਰ ਹੁੰਦੀ ਹੈ। ਸੇਵਾ ਵੱਡਿਆਂ ਭਾਗਾਂ ਨਾਲ ਮਿਲਦੀ ਹੈ, ਤੇ ਜਿਹੜਾ ਸੇਵਾ 'ਚ ਜੁਟ ਜਾਂਦਾ ਹੈ ਗੁਰੂ ਉਹਦੀਆਂ ਸਾਰੀਆਂ ਝੋਲੀਆਂ ਭਰ ਦਿੰਦਾ, ਖਾਲੀ ਨਹੀਂ ਰਹਿਣ ਦਿੰਦਾ। ਗੁਰੂ ਮਿਹਰਾਂ ਨਾਲ ਨਿਵਾਸ ਦਿੰਦਾ ਹੈ। ਇਸ ਲੋਕ ਲਹੈ ਸੁਖ ਕੋਈ, ਇਸ ਲੋਕ ਦੇ ਕੁਝ ਸੁਖ ਪ੍ਰਾਪਤ ਕਰ ਰਹੇ ਹਨ। ਪਰਲੋਕ ਚਹਿ ਗਤ ਹੋਈ, ਤੇ ਕੋਈ ਪਰਲੋਕ ਵਿੱਚ ਸਾਰੀਆਂ ਖੁਸ਼ੀਆਂ ਮਹਾਰਾਜ ਦੀ ਸਹਾਇਤਾ ਮੁਕਤੀ ਮੰਗਦਾ ਹੈ, ਤੇ ਮਹਾਰਾਜ ਸਭ ਦੀਆਂ ਝੋਲੀਆਂ ਭਰਦੇ ਨੇ। ਇੱਕ ਸੂਚਨਾ ਹੈ, ਕੱਲ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਗੁਰਦੁਆਰਾ ਸਾਹਿਬ ਚਿਤਕੋੜਾ ਵਿਖੇ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਖਤ ਦੀ ਮਹਾਨ ਸੇਵਾ ਕਰਨ ਵਾਲੇ ਸਰਦਾਰ ਤਰਲੋਚਨ ਸਿੰਘ, ਜੋ ਪਿਛਲੇ ਸਾਲ ਚਲਾਣਾ ਕਰ ਗਏ ਸਨ, ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਸੁਪੁੱਤਰ ਭਾਈ ਗੁਰਵਿੰਦਰ ਸਿੰਘ ਜੀ ਨੂੰ ਵੀ ਗੁਰੂ ਸਾਹਿਬ ਨੇ ਆਪਣੇ ਤਖਤ ਸਾਹਿਬ ਦੇ ਬੋਰਡ ਦਾ ਮੈਂਬਰ ਦੀ ਸੇਵਾ ਦੇ ਕੇ ਨਿਵਾਜਿਆ ਹੋਇਆ ਹੈ। ਉਹਨਾਂ ਵੱਲੋਂ ਸਮਾਗਮ ਗੁਰਦੁਆਰਾ ਸਾਹਿਬ ਚਿਤਕੋੜਾ ਰੱਖੇ ਗਏ ਹਨ। ਚਿਤਕੋੜਾ ਕਲੋਨੀ ਹੈ ਗੁਰਸਿੱਖਾਂ ਦੀ, ਗੋਬਿੰਦ ਨਗਰ ਵੀ ਸ਼ਾਇਦ ਉਹਨੂੰ ਕਹਿੰਦੇ ਨੇ। ਔਰ ਇਸ ਢੰਗ ਨਾਲ ਪਹਿਲੇ ਉਹਨਾਂ ਦੇ ਗ੍ਰਹਿ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠਾਂ ਦੀ ਸਮਾਪਨਤਾ ਹੋਵੇਗੀ, ਫਿਰ ਦੀਵਾਨ ਜਿਹੜੇ ਨੇ ਚਿਤਕੋੜਾ ਸੱਜਣਗੇ। ਸੰਗਤਾਂ ਜਿਹੜੀਆਂ ਨੇ ਪਹੁੰਚ ਕੇ ਮਹਾਰਾਜ ਜੀ ਦੇ ਅਨੰਨ ਸੇਵਕ ਨੂੰ ਜਿਹੜਾ ਹੈ ਸ਼ਰਧਾਂਜਲੀਆਂ ਦੇਣ ਵਾਸਤੇ, ਮਹਾਰਾਜ ਜੀ ਦਾ ਹੀ ਸਤਿਕਾਰ ਹੈ। ਜੋ ਗੁਰੂ ਦੇ ਸੇਵਕਾਂ ਦਾ ਸਤਿਕਾਰ ਹੈ, ਉਹ ਗੁਰੂ ਸਾਹਿਬ ਦਾ ਹੀ ਸਤਿਕਾਰ ਹੈ। ਜ਼ਰੂਰ ਵੱਧ ਤੋਂ ਵੱਧ ਸੰਗਤਾਂ ਉੱਥੇ ਪਹੁੰਚਣ। ਬਹੁਤ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ ਹੈ। ਇਸ ਵੇਲੇ ਇੰਨੇ ਹੀ ਬਚਨ ਪ੍ਰਵਾਨ ਕਰਨਾ ਵਕਤ ਦਾ ਤਕਾਜ਼ਾ ਹੈ। ਬਾਕੀ ਵਿਚਾਰ ਆਪ ਕੱਲ ਸਰਵਣ ਕਰੋਗੇ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੇ ਮਿਲ ਕੇ 2 ਮਿੰਟ ਮਹਾਮੰਤਰ ਗੁਰਮੰਤਰ ਦੇ ਜਾਪ ਕਰੀਏ, ਫਿਰ ਅਰਦਾਸ ਤੇ ਖਿਮਾ ਪ੍ਰਾਰਥੀ ਹੋਵਾਂਗੇ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।